ਚੌਪਈ। ਸੁਨ ਸਿੱਖਨ ਕੇ ਸੰਸੈ ਬੈਨ, ਸ਼੍ਰੀ ਮੁਖ ਤੇ ਬੋਲੇ ਸੁਖ ਐਨ। ਸੁਨ ਪਾਈ ਸਭ ਜਗਤ ਤਮਾਸ਼ਾ, ਕਿਆ ਇਸ ਕੀ ਗਤ ਕਰੇ ਪ੍ਰਕਾਸ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ, ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਣ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਨਤਮਸਤਕ ਹੋ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ, ਵੈਰਾਗ ਔਰ ਤਿਆਗ ਦੀ ਮੂਰਤ ਸਤਿਗੁਰੂ, ਅਨੁਰਾਗ ਦੀ ਮੂਰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਆਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਥਾ ਦਿੱਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇਹ ਕਲਿਆਣਕਾਰੀ ਕਥਾ ਹੈ। ਬਿਸੰਬਰ ਦਾਸ ਹਰਗੋਪਾਲ ਧਿਆਨ ਸਿੰਘ ਮਾਜਰੀ ਨਾਲ ਮਹਾਰਾਜ ਜੀ ਦੀ ਵਾਰਤਾਲਾਪ ਹੋਈ। ਧਿਆਨ ਸਿੰਘ ਨੂੰ ਸਤਿਗੁਰਾਂ ਨੇ ਬਚਨ ਕੀਤਾ, ਧਿਆਨ ਸਿੰਘ ਜੀ ਮੰਗੋ ਕੀ ਇੱਛਾ ਹੈ। ਧਿਆਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਹੁੰਦਿਆਂ ਸਿੱਖ ਹਿਰਦੇ ਵਿੱਚ ਕਿਵੇਂ ਡੋਲ ਜਾਂਦੇ ਹਨ, ਵੇਖੋ ਹਰਗੋਪਾਲ ਕਿਵੇਂ ਡੋਲਿਆ। ਮੇਰੀ ਇਹ ਇੱਛਾ ਹੈ ਕਿ ਆਪ ਜੀ ਆਪਣੇ ਪੰਥ ਨੂੰ ਸਿਦਕ ਦਾ ਦਾਨ ਬਖਸ਼ੋ। ਗੁਰਦੇਵ ਨੇ ਬਚਨ ਕੀਤਾ, ਧਿਆਨ ਸਿੰਘ ਅਸੀਂ ਆਪਣੇ ਪੰਥ ਨੂੰ ਸਿਦਕ ਦਾ ਦਾਨ ਦਿੱਤਾ ਹੈ, ਵਿਭੂਤੀ ਦਿੱਤੀ ਹੈ, ਪਾਤਸ਼ਾਹੀਆਂ ਦਿੱਤੀਆਂ ਨੇ। ਅਸੀਂ ਆਪਣੇ ਪੰਥ ਨੂੰ ਬੇਅੰਤ ਦਾਤਾਂ ਦੇ ਕਰਕੇ ਨਿਵਾਜੇ। ਤੋ ਇਸ ਪ੍ਰਕਾਰ ਵਿਚਾਰਾਂ ਹੋ ਰਹੀਆਂ। ਇੱਕ ਦਿਨ ਸਾਹਿਬ ਦਾ ਦੀਵਾਨ ਸਜਿਆ, ਸਿੰਘ ਬੈਠੇ ਨੇ, ਮਾਘ ਦਾ ਮਹੀਨਾ, ਇਸ਼ਨਾਨ ਪਾਨ ਕਰਕੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਆ ਕੇ ਸਜੇ। ਕਲਗੀਧਰ ਨੂੰ ਬੇਨਤੀ ਕੀਤੀ, ਮਹਾਰਾਜ ਲੋਕਾਂ ਦੀ ਕਈਆਂ ਦੀ ਇਦਾਂ ਦੀ ਫਿਤਰਤ ਹੈ, ਸੁਭਾਅ ਹੈ ਕਿ ਮਾਘ ਦੇ ਮਹੀਨੇ ਤੇ ਕੱਤਕ ਦੇ ਮਹੀਨੇ 'ਚ ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਨਹਾਉਂਦੇ ਹੈ, ਬਾਕੀ ਦੇ ਦਿਨਾਂ ਦੇ ਵਿੱਚ ਅੱਗੇ ਪਿੱਛੇ ਇਸ਼ਨਾਨ ਕਰਦੇ ਨੇ। ਵੀ ਇਹ ਕੇਵਲ ਕੱਤਕ ਜਾਂ ਮਾਘ ਦੇ ਮਹੀਨੇ 'ਚ ਕਿਉਂ ਨਹਾਉਂਦੇ ਆ, ਬਾਕੀ ਦੇ ਦਿਨਾਂ ਵਿੱਚ ਕਿਉਂ ਨਹੀਂ ਇਸ਼ਨਾਨ ਕਰਦੇ ਅੰਮ੍ਰਿਤ ਵੇਲੇ ਉੱਠ ਕੇ? ਤੁਹਾਡਾ ਹੁਕਮ ਹੈ ਸਿੱਖਾਂ ਨੂੰ ਕਿ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ। ਤਾਂ ਉਸ ਵਕਤ ਸਿੱਖਾਂ ਦੀ ਇਹ ਬੇਨਤੀ ਸੁਣ ਕੇ ਤੇ ਸੰਦੇਸ਼ ਸੁਣ ਕੇ ਕਲਗੀਧਰ ਸੁਆਮੀ ਜੀ ਜਵਾਬ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਗਰੀਬ ਨਵਾਜ ਸਤਿਗੁਰਾਂ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੋਪਈ ਸੁਨ ਸਿੱਖਨ ਕੇ ਸੰਸੈ ਬੈਨ। ਸਿੱਖਾਂ ਦੇ ਸੰਦੇ ਭਰੇ ਬੋਲ, ਜਿਨ੍ਹਾਂ ਵਿੱਚ ਜਾਣਨ ਦੀ ਜਗਿਆਸਾ ਸੀ ਕਿ ਉਹ ਸਤਿਗੁਰਾਂ ਨੂੰ ਬੇਨਤੀ ਕਰਕੇ ਸਵਾਲ ਪੁੱਛ ਰਹੇ ਸਨ। ਉਹਨਾਂ ਦੀ ਬੇਨਤੀ ਕਲਗੀਧਰ ਸੁਆਮੀ ਜੀ ਨੇ ਸੁਣੀ ਹੈ। ਸ਼੍ਰੀ ਮੁਖ ਤੇ ਬੋਲੇ ਸੁਖ ਐਨ। ਸੁੱਖਾਂ ਦੇ ਘਰ, ਸੁੱਖਾਂ ਦੇ ਸਮੁੰਦਰ ਕਲਗੀਧਰ ਸੁਆਮੀ ਜੀ ਬੋਲੇ, ਸੁਨ ਪਾਈ ਸਭ ਜਗਤ ਤਮਾਸ਼ਾ। ਇਹ ਭਾਈ ਸੁਣੋ, ਆ ਜਿਹੜਾ ਜਗਤ ਹੈ ਇੱਕ ਤਮਾਸ਼ਾ ਹੈ। ਇਹ ਜਗਤ ਹੈ ਹੀ ਤਮਾਸ਼ਾ। ਤਦੇ ਕਲਗੀਧਰ ਜੀ ਨੇ ਵੀ ਬਚਨ ਕਹੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ਾ ਹੈ। ਬਾਜੀਗਰ ਜੈਸੇ ਬਾਜੀ ਪਾਈ, ਇਹ ਤਮਾਸ਼ਾ ਹੈ ਸੰਸਾਰ ਦਾ। ਸਭ ਖਲਕ ਤਮਾਸ਼ੇ ਆਈ। ਮਹਾਰਾਜ ਜੀ ਕਹਿੰਦੇ ਭਾਈ ਇਹ ਸਾਰਾ ਜਗਤ ਇੱਕ ਪ੍ਰਕਾਰ ਦਾ ਤਮਾਸ਼ਾ ਹੈ। ਕਿਆ ਇਸ ਕੀ ਗਤ ਕਰੇ ਪ੍ਰਕਾਸ਼ਾ। ਇਸ ਜਗਤ ਦੀ ਕੀ ਗਤ ਦਸੀਏ। ਇੱਥੇ ਭਾਂਤ ਭਾਂਤ ਦੀ ਬਿਰਤੀ ਦੇ ਲੋਕ ਨੇ, ਅਨੇਕ ਪ੍ਰਕਾਰ ਦੀਆਂ ਬਿਰਤੀਆਂ ਨੇ ਲੋਕਾਂ ਵਿੱਚ। ਭਾਂਤ ਭਾਂਤ ਦੀ ਬਿਰਤੀ ਦੇ ਲੋਕ ਇਸ ਸਮਾਜ ਵਿੱਚ, ਸੰਸਾਰ 'ਚ ਰਹਿੰਦੇ ਹਨ। ਇਸ ਕਰਕੇ ਸੰਸਾਰ ਦੀ ਜਿਹੜੀ ਗਤ ਹੈ ਉਹ ਕੀ ਦਸੀਏ ਤੁਹਾਨੂੰ। ਛੰਦ ਮਤਲਬ ਦੀ ਕਿਆ ਪ੍ਰੀਤ, ਚਿਰ ਨਹੀਂ ਠਹਿਰਦੀ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਛੰਦ ਉਚਾਰਿਆ ਦਸਵੇਂ ਪਾਤਸ਼ਾਹ ਨੇ। ਛੰਦ ਉਚਾਰ ਕੇ ਉਪਦੇਸ਼ ਦਿੱਤਾ। ਆਖਿਆ ਸਿੱਖੋ, ਦੁਨੀਆ ਦੇ ਲੋਕਾਂ ਦੀ ਪ੍ਰੀਤ ਮਤਲਬ ਦੀ ਪ੍ਰੀਤ ਹੁੰਦੀ ਹੈ। ਜਦੋਂ ਤੱਕ ਕਿਸੇ ਨਾਲ ਮਤਲਬ ਹੈ ਉਦੋਂ ਤੱਕ ਪ੍ਰੀਤ ਹੈ। ਤੇ ਜਿਹੜੀ ਪ੍ਰੀਤ ਮਤਲਬ ਦੀ ਹੁੰਦੀ ਹੈ ਨਾ, ਉਹ ਚਿਰ ਤੱਕ ਨਹੀਂ ਠਹਿਰਦੀ, ਵਿੱਚ ਵਿਚਾਲੇ ਟੁੱਟ ਜਾਂਦੀ ਹੈ। ਛੁਟਕੀ ਰੇ ਮਨ ਛੁਟਕੀ ਰੇ। ਪਾਤਸ਼ਾਹ ਕਹਿੰਦੇ ਸਾਕਤਾਂ ਦੇ ਨਾਲ ਜਿਹੜੀ ਪ੍ਰੀਤ ਹੈ ਉਹ ਛੁੱਟ ਜਾਣ ਵਾਲੀ, ਉਹ ਸदैव ਹੀ ਨਹੀਂ ਨਿਭਦੀ। ਤੋ ਇਸ ਕਰਕੇ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਇਹਨਾਂ ਨਾਲੋਂ ਬਿਰਤੀ ਉਲਟਾ ਲੈਣੀ ਚੰਗੀ ਹੈ। ਜਿਹੜੀ ਮਤਲਬ ਦੀ ਪ੍ਰੀਤ ਹੁੰਦੀ ਹੈ ਨਾ, ਵੀ ਮੰਨ ਲਓ ਕਿਸੇ ਨਾਲ ਮਤਲਬ ਹੈ ਤਾਂ ਪ੍ਰੇਮ ਹੈ, ਤਾਂ ਪ੍ਰੀਤ ਹੈ, ਉਹ ਪ੍ਰੀਤ ਬਹੁਤ ਚਿਰ ਤੱਕ ਨਹੀਂ ਠਹਿਰਦੀ। ਜਦੋਂ ਤੱਕ ਮਤਲਬ ਪੂਰਾ ਹੋਵੇ ਉਦੋਂ ਤੱਕ ਹੀ ਰਹਿੰਦੀ ਹੈ। ਦੂਧ ਦੇਤ ਜਾਂ ਤੇਨ ਦੇਵਤਾ ਮੇਰ ਦੀ। ਆ ਜਿਹੜੇ ਮਾਘ ਦੇ ਮਹੀਨੇ 'ਚ ਜਾਂ ਕੱਤਕ ਦੇ ਮਹੀਨੇ 'ਚ ਨਹਾਉਂਦੇ ਆ ਨਾ, ਇਹਨਾਂ ਦੀ ਮਤਲਬ ਦੀ ਪ੍ਰੀਤ ਹੈ ਰੱਬ ਨਾਲ, ਵੀ ਸਾਨੂੰ ਆਹ ਕੁਝ ਮਿਲ ਜੇ ਅਸੀਂ ਮਾਘ ਨਹਾਵਾਂਗੇ, ਸਾਡੀ ਇਹ ਇੱਛਾ ਪੂਰੀ ਹੋ ਜੇ ਅਸੀਂ ਕੱਤੇ ਦਾ ਇਸ਼ਨਾਨ ਕਰਾਂਗੇ। ਇਹਨਾਂ ਦੀ ਮਤਲਬ ਦੀ ਪ੍ਰੀਤ ਹੈ ਪਰਮੇਸ਼ਰ ਦੀ। ਇਹ ਲੰਮੇ ਸਮੇਂ ਤੱਕ ਨਹੀਂ ਹੈ, ਬਸ ਇਹਨਾਂ 2 ਮਹੀਨਿਆਂ 'ਚ ਹੀ ਜਾਗਦੀ ਹੈ। ਬਾਕੀ ਦੇ 10 ਮਹੀਨਿਆਂ ਵਿੱਚ ਆਪ ਉਦਰੀਆਂ ਕਰਦੇ ਆ, ਮਨਮੁਖਤਾਈ ਦੇ ਲੱਛਣ ਧਾਰਨ ਕਰਦੇ ਆ। ਇਹ ਮਤਲਬ ਦੀ ਪ੍ਰੀਤ ਹੈ ਗੁਰਸਿੱਖੋ। ਇਹ ਲੰਮੇ ਸਮੇਂ ਨਹੀਂ ਰਹਿੰਦੀ। ਜਦੋਂ ਤੱਕ ਗਾਂ ਦੁੱਧ ਦੇਵੇ ਤੇ ਕਹਿੰਦੇ ਗਾਂ ਦੀ ਬੜੀ ਮਿਹਰ ਸਾਡੇ ਤੇ, ਇਹ ਗਾਂ ਤਾਂ ਬੜੀ ਦੇਵਤਾ ਹੈ ਜੀ। ਜਦੋਂ ਤੱਕ ਗਾਂ ਦੁੱਧ ਦੇਵੇ ਉਦੋਂ ਤੱਕ ਉਹ ਗਾਂ ਨੂੰ ਦੇਵਤਾ ਕਹਿ ਕੇ ਬੁਲਾਉਂਦੇ ਆ ਜੀ। ਇਹ ਤਾਂ ਗਾਂ ਦੇਵਤਾ ਹੀ ਹੈ ਜੀ, ਬਸ ਇਦਾਂ ਕਹਿ ਲਈਏ ਤਾਂ ਦੇਵਤੇ ਦੀ ਮਿਹਰ ਹੈ। ਗਊ ਦੇਵਤਾ ਹੈ ਸਾਡੇ ਤੇ ਮਿਹਰ ਕਰ ਰਹੀ ਹੈ। ਪਰ ਜਦੋਂ ਉਹੀ ਗਊ ਦੁੱਧ ਦੇਣੋਂ ਬੰਦ ਕਰ ਜਾਏ, ਫਿਰ ਤੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ, ਉਦੋਂ ਤਾਂ ਨਹੀਂ ਫਿਰ ਪ੍ਰੇਮ ਕਰਦੇ ਉਸ ਗਊ ਨਾਲ। ਉਦੋਂ ਤਾਂ ਕਹਿੰਦੇ ਆ ਵੀ ਇਹਦੇ ਤੋਂ ਫਾਹ ਛੁੱਟੇ, ਸਾਡਾ ਖਹਿੜਾ ਛੁੱਟੇ। ਯਾਨੀ ਕਿ ਉਸ ਗਊ ਨਾਲ ਵੀ ਜਿਹੜੀ ਲੋਕਾਂ ਦੀ ਪ੍ਰੀਤ ਹੈ ਨਾ, ਉਹ ਕੇਸ ਕਰਕੇ ਹੀ ਹੈ ਵੀ ਦੁੱਧ ਦਿੰਦੀ ਹੈ, ਮਤਲਬ ਦੀ ਪ੍ਰੀਤ ਹੈ। ਪੂਜਾ ਦੇਵੇ ਦੇਵ ਤਾਂ ਪ੍ਰੀਤੋ ਸ਼ਹਿਰ ਦੀ। ਕਹਿੰਦੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ, ਸਾਰਾ ਸ਼ਹਿਰ ਪ੍ਰੀਤ ਕਰਦਾ ਦੇਵੀ ਦੇਵਤਿਆਂ ਦੀ ਪੂਜਾ ਤਾਂ ਕਰਦਾ ਵੀ ਸਾਡੀ ਕਾਂਖਾ ਪੂਰੀ ਹੋਣੀ। ਦੇਵੀ ਦੇਵਤੇ ਕੋਲੋਂ ਸਾਨੂੰ ਕੁਝ ਮਿਲਣਾ, ਸਾਨੂੰ ਕੁਝ ਪ੍ਰਾਪਤ ਹੋਣਾ। ਯਾਨੀ ਕਿ ਸਾਰਾ ਸ਼ਹਿਰ ਹੀ ਫਿਰ ਪ੍ਰੀਤ ਕਰਦਾ। ਪੂਜਾ ਵਿੱਚ ਸ਼ਹਿਰ ਦੀ ਪ੍ਰੀਤ ਹੁੰਦੀ ਹੈ ਫਿਰ। ਪਰ ਉਹ ਪ੍ਰੀਤ ਵੀ ਤਾਂ ਹੈ ਜੇ ਦੇਵੀ ਦੇਵਤੇ ਕੋਲੋਂ ਕਾਂਖਾ ਪੂਰੀ ਹੋਵੇ।
ਪੁੱਤਰ ਜਣੇਂਦੀ ਨਾਰ ਘਰ ਪੀਤਰ ਭਾਵੰਦੀ। ਜਿਹੜੀ ਇਸਤਰੀ ਪੁੱਤਰ ਜਨਮੇ ਉਹਦਾ ਘਰ ਵਿੱਚ ਸਤਿਕਾਰ ਕਰਦੇ ਆ ਲੋਕ, ਸਮਾਜ ਵਿੱਚ ਉਹਦੀ ਸਤਿਕਾਰ, ਉਹਦੀ ਇੱਜ਼ਤ ਹੁੰਦੀ ਹੈ। ਜਿਸ ਇਸਤਰੀ ਦੇ ਕੁੱਖ ਤੋਂ ਉਦਰ ਤੋਂ ਪੁੱਤਰ ਦੀ ਉਤਪਤੀ ਨਾ ਹੋਵੇ ਉਹਨੂੰ ਲੋਕ ਮਾੜੀ ਦ੍ਰਿਸ਼ਟੀ ਨਾਲ ਵੇਖਦੇ ਆ। ਯਾਨੀ ਕਿ ਮਤਲਬ ਦੀ ਪ੍ਰੀਤ ਹੈ ਤਾਂ ਉਹੀ ਇਸਤਰੀ। ਪੁੱਤਰ ਦਾ ਜਨਮ ਦੇਣ ਤੋਂ ਬਾਅਦ ਕੋਈ ਤਬਦੀਲ ਤਾਂ ਨਹੀਂ ਹੋ ਗਈ, ਉਹਦਾ ਆਚਰਣ ਤਾਂ ਨਹੀਂ ਬਦਲ ਗਿਆ, ਉਹਦਾ ਵਿਵਹਾਰ ਤਾਂ ਨਹੀਂ ਬਦਲਿਆ, ਪਰ ਕੇਵਲ ਲੋਕਾਂ ਦੇ ਅੰਦਰ ਆਪਣਾ ਨਿਜ ਸਵਾਰਥ ਹੁੰਦਾ ਹੈ ਤੇ ਨਿਜ ਪ੍ਰੀਤ, ਉਸ ਮਤਲਬ ਦੀ ਪ੍ਰੀਤ ਕਰਕੇ ਹੀ ਉਹਦਾ ਸਤਿਕਾਰ ਕਰਦੇ ਹਨ। ਦਾਨ ਦੇ ਜਜਮਾਨ ਦਿਜ ਗੱਲ ਕਹਿ ਭਾਵੰਦੀ। ਬਾਹਮਣ ਉਦੋਂ ਤੱਕ ਖੁਸ਼ ਰਹਿੰਦਾ ਤੇ ਬੜੀਆਂ ਮਿੱਠੀਆਂ ਮਿੱਠੀਆਂ ਉਪਮਾ ਦੀਆਂ ਗੱਲਾਂ ਕਰਦਾ ਜਦੋਂ ਤੱਕ ਉਹਦਾ ਜਜਮਾਨ ਉਹਨੂੰ ਦਾਨ ਦੇਵੇ। ਮੰਨ ਲਓ ਜੇ ਜਜਮਾਨ ਨੇ ਦਾਨ ਨਹੀਂ ਦਿੱਤਾ ਤੇ ਉਹੀ ਬਾਹਮਣ ਫਿਰ ਬਦਸੀਸਾਂ ਦਿੰਦਾ, ਤੇ ਜੇ ਜਜਮਾਨ ਦਾਨ ਦੇਵੇ ਤੇ ਫਿਰ ਤਾਂ ਉਪਮਾ ਦੇ ਪੁਲ ਬਣਦਾ। ਜਜਮਾਨ ਤੁਸੀਂ ਤਾਂ ਬੜੇ ਉੱਤਮ ਹੋ, ਤੁਹਾਡੇ ਤਾਂ ਪਿੱਤਰ ਤਰ ਗਏ ਦੇਵ ਲੋਕ ਵਿੱਚ, ਤੁਹਾਡੇ ਜੇ ਸਪੂਤ ਤੇ ਸੰਸਾਰ 'ਚ ਵਿਰਲੇ ਹੀ ਹੁੰਦੇ ਨੇ, ਫਿਰ ਤਾਂ ਬੜੀ ਖੁਸ਼ਾਮਦ ਦੇ ਬੋਲ ਬੋਲਦੇ ਨੇ ਉਹ ਬਾਹਮਣ ਜਜਮਾਨਾਂ ਦੇ ਸਾਹਮਣੇ। ਯਾਨੀ ਕਿ ਮਤਲਬ ਦਾ ਪ੍ਰੇਮ ਹੈ ਨਾ ਬ੍ਰਾਹਮਣ ਦੇ ਅੰਦਰ ਜੀ, ਵੀ ਜਜਮਾਨ ਨਾਲ ਦਿਲੋਂ ਸਨੇਹ ਨਹੀਂ ਹੈ, ਕੇਵਲ ਮਤਲਬ ਦੀ ਪ੍ਰੀਤ ਹੈ। ਜੇ ਉਹ ਜਜਮਾਨ ਦਾਨ ਦੇਵੇ ਤਾਂ ਉਹਦੀ ਖੁਸ਼ਾਮਦ ਕਰਦਾ, ਉਹਦੀ ਸਿਫਤ ਕਰਦਾ, ਸਿਫਤਾਂ ਦੇ ਪੁਲ ਬਣਦਾ ਹੈ, ਤੇ ਜੇ ਉਹ ਦਾਨ ਨਾ ਦੇਵੇ ਤੇ ਫਿਰ ਉਸ ਜਜਮਾਨ ਨੂੰ ਗਾਲਾਂ ਕੱਢਦਾ, ਫਿਰ ਉਹਨੂੰ ਕਹਿੰਦਾ ਮੇਰੇ ਨੇੜੇ ਨਾ ਲੱਗੀ, ਪਾਸੇ ਹੋ ਜਾ ਇੱਥੋਂ, ਤੇਰੀ ਛਾਂ ਨਹੀਂ ਮੈਨੂੰ ਪੈਣੀ ਚਾਹੀਦੀ, ਤੂੰ ਪਿੱਟਿਆ ਹੋਇਆ, ਤੇਰੇ ਤੇ ਦੇਵ ਦੀ ਕਰੋਪੀ ਹੈ। ਤੇ ਜੇ ਜਜਮਾਨ ਦਾਨ ਦੇਣ ਲੱਗ ਪਵੇ ਫਿਰ ਤਾਂ ਕਹਿੰਦੇ ਆ ਤੇਰੇ ਤੇ ਦੇਵਤਾ ਖੁਸ਼ ਹੈ, ਤੇਰੇ ਤੇ ਤਾਂ ਬ੍ਰਹਮ ਦੇਵ ਆਪ ਪ੍ਰਸੰਨ ਹੋਇਆ, ਤੇਰੇ ਤੇ ਤਾਂ ਵਿਸ਼ਨੂੰ ਦੇਵ ਆਪ ਬੈਠਾ ਆ ਕੇ ਸਿਰ ਤੇ। ਤੋ ਫਿਰ ਏਦਾਂ ਖੁਸ਼ਾਮਦਾਂ ਕਰਦੇ ਨੇ ਝੂਠੀਆਂ। ਯਾਨੀ ਕਿ ਬ੍ਰਾਹਮਣ ਦੀ ਵੀ ਜਜਮਾਨ ਨਾਲ ਜਿਹੜੀ ਪ੍ਰੀਤ ਹੈ ਉਹ ਕੇਵਲ ਦਾਨ ਕਰਕੇ ਆ, ਮਤਲਬ ਦੀ ਪ੍ਰੀਤ ਹੈ। ਮਾਲਕ ਦੇਵੈ ਖਾਨ ਤਾਂ ਚਾਕਰ ਚਾਂਦਨੀ। ਜੇ ਮਾਲਕ ਖਾਣ ਨੂੰ ਦੇਵੇ ਤੇ ਨੌਕਰ ਦੀ ਚਾਂਦਣੀ ਤਾਂ ਹੀ ਹੁੰਦੀ ਹੈ। ਨੌਕਰ ਦੀ ਮਾਲਕ ਨਾਲ ਪ੍ਰੀਤ ਇਸ ਕਰਕੇ ਆ ਵੀ ਉਹ ਖਾਣ ਨੂੰ ਦਿੰਦਾ ਹੈ। ਮੰਨ ਲਓ ਜੇ ਮਾਲਕ ਨੂੰ ਘਾਟਾ ਪੈ ਜਾਏ, ਉਹ ਨਾ ਦੇ ਸਕੇ ਨੌਕਰ ਨੂੰ ਖਾਣ ਵਾਸਤੇ, ਤੇ ਫਿਰ ਉਹੀ ਨੌਕਰ ਉਸ ਮਾਲਕਾਂ ਦੇ ਸਿਰ ਤੇ ਚੜ ਕੇ ਉਹਨਾਂ ਨੂੰ ਗਾਲਾਂ ਕੱਢਦੇ ਆ। ਮਾਲਕ ਦੀ ਉਪਮਾ ਉਦੋਂ ਤੱਕ ਹੀ ਕਰਦਾ ਚਾਕਰ, ਉਦੋਂ ਤੱਕ ਹੀ ਚਾਨਣੀ ਹੈ ਇਹਦੀ, ਜਦੋਂ ਤੱਕ ਮਾਲਕ ਦਿੰਦਾ ਖਾਣ ਵਾਸਤੇ, ਨਹੀਂ ਤਾਂ ਫਿਰ ਉਹੀ ਨੌਕਰ ਸਿਰੇ ਚੜ। ਜਾਣੇ ਕਿ ਮਤਲਬ ਦਾ ਹੀ ਹੈ ਨਾ, ਇੱਕ ਮਤਲਬ ਹੀ ਹੈ ਜੋੜੀ ਬੈਠਾ ਇੱਕ ਦੂਜੇ ਨਾਲ, ਮਾਲਕ ਤੇ ਨੌਕਰ ਨੂੰ ਵੀ। ਹੋ ਮਖੱਟੂ ਹੋਵੇ ਪੁਰਖ ਨਾਰ ਦਿਲ ਮਾਵਨ ਦੀ। ਇਸਤਰੀ ਦਾ ਪ੍ਰੇਮ ਆਪਣੇ ਪਤੀ ਨਾਲ ਕੇਵਲ ਤਾਂ ਕੇਵਲ ਧਨ ਵਾਸਤੇ ਹੈ। ਇਸਤਰੀ ਪੁਰਖ ਹੈ ਦਾਮ ਹਿਤ, ਭਾਈ ਗੁਰਦਾਸ ਜੀ ਲਿਖਦੇ ਹੈ, ਇਸਤਰੀ ਪੁਰਖ ਹੈ ਦਾਮ ਹਿਤ ਭਾਵੇਂ ਆਏ ਕਿਥਾਊ ਜਾਈ। ਇਸਤਰੀ ਦਾ ਆਪਣੇ ਪਤੀ ਨਾਲ ਕੇਵਲ ਦਮੜਿਆਂ ਕਰਕੇ ਹਿੱਤ ਹੈ, ਮਾਇਆ ਕਰਕੇ ਪ੍ਰੇਮ ਹੈ। ਬਹੁਤੀਆਂ ਇਸਤਰੀਆਂ ਦਾ, ਬਹੁਤ ਸਾਰੀਆਂ ਇਸਤਰੀਆਂ ਪਤਵਰਤਾ ਵੀ ਹਨ ਜੋ ਆਪਣੇ ਪਤੀ ਦੇ ਦੁੱਖ ਸੁੱਖ, ਅਮੀਰੀ ਗਰੀਬੀ ਵਿੱਚ ਨਾਲ ਨਿਭਦੀਆਂ, ਪਰ ਬਹੁਤਾਤ ਉਹਨਾਂ ਇਸਤਰੀਆਂ ਦੀ ਹੈ ਜਿਹੜੀ ਕੇਵਲ ਤਾਂ ਕੇਵਲ ਆਪਣੇ ਪਤੀ ਨਾਲ ਧਨ ਕਰਕੇ ਜੁੜੀ ਹੋਈ ਹੈ। ਇਹ ਕਲਯੁਗ ਦਾ ਵਰਤਾਰਾ ਹੈ। ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕੇਵਲ ਦਮੜਿਆਂ ਕਰਕੇ ਪ੍ਰੇਮ ਹੈ। ਉਦਾਂ ਜਿੱਥੇ ਮਰਜ਼ੀ ਖੇ ਖਾਂਦਾ ਫਿਰੇ ਪਤੀ, ਕੋਈ ਉਹਦੇ ਨਾਲ ਹਿੱਤ ਸਨੇਹ ਨਹੀਂ ਹੈ। ਯਾਨੀ ਕਿ ਮਤਲਬ ਦੀ ਪ੍ਰੀਤ ਹੈ। ਜੇ ਉਹ ਮਖੱਟੂ ਹੋਵੇ, ਮਖੱਟੂ ਦਾ ਮਤਲਬ ਨਖੱਟੂ ਨਾ ਕਮਾਉਂਦਾ ਹੋਵੇ, ਤੇ ਫਿਰ ਉਹ ਇਸਤਰੀ ਆਪਣੇ ਉਸ ਪਤੀ ਪ੍ਰਤੀ ਉਦਾਸ ਰਹਿੰਦੀ ਹੈ। ਉਹ ਕਹਿੰਦੀ ਹੈ ਵੀ ਇਹ ਪਤੀ ਕਾਹਦਾ, ਇਹ ਤਾਂ ਮਰ ਜੇ, ਦੇ ਨਾਲੋਂ ਤਾਂ ਮੈਂ ਰੰਡੀ ਚੰਗੀ, ਇਹਦੇ ਨਾਲੋਂ ਤਾਂ ਮੈਂ ਵਿਧਵਾ ਚੰਗੀ, ਘਟੋ ਘੱਟ ਸਬਰ ਕਰਕੇ ਤਾਂ ਬਹਿ ਜਾਾਂਗੀ ਵੀ ਹੈ ਨਹੀਂ। ਫਿਰ ਏਦਾਂ ਦੀਆਂ ਗਾਲਾਂ ਉਹਨੂੰ ਨਿਕਲਦੀਆਂ ਹਨ। ਦੇਖਾ ਦੇਖੀ ਰੀਤ ਸਭ ਹਿਨ ਮਨ ਪਾਵੰਦੀ। ਦੇਖਾ ਦੇਖੀ ਦੀ ਪ੍ਰੀਤ ਹੈ ਲੋਕਾਂ ਵਿੱਚ, ਜੋ ਇੱਕ ਕਰਦਾ ਦੂਜਾ ਵੀ ਕਰੀ ਜਾਂਦਾ, ਦੂਜੇ ਨੂੰ ਵੇਖ ਕੇ ਤੀਜਾ ਕਰੀ ਜਾਂਦਾ। ਸਭ ਸੰਸਾਰ ਦੇ ਲੋਕਾਂ ਦੀ ਮਨ ਭਾਉਂਦੀ। ਜੇ ਇੱਕ ਨੇ ਕੱਤਕ ਨਹਾਉਣਾ ਸ਼ੁਰੂ ਕੀਤਾ, ਦੂਜਾ ਨਹਾਉਣ ਲੱਗ ਪਿਆ, ਤੀਜਾ ਨਹਾਉਣ ਲੱਗ ਪਿਆ। ਇੱਕ ਨੇ ਕਿਹਾ ਮੈਂ ਮਾਘ 'ਚ ਸ਼ੁਰੂ ਕਰਨਾ, ਉਹਨੂੰ ਵੇਖ ਕੇ ਦੂਜੇ ਤੀਜੇ ਨਹਾਉਣ ਲੱਗ ਪਏ। ਮਤਲਬ ਹੀ ਹੈ ਬਸ ਇਹ।
ਜਾਂ ਮਤਲਬ ਦੀ ਪ੍ਰੀਤ ਆ ਜਾਂ ਫਿਰ ਵੇਖਾ ਵੇਖੀ ਦੀ ਗੱਲ ਹੈ ਵੀ ਵੇਖਾ ਵੇਖੀ ਕਰਦੇ ਆ ਸੰਸਾਰ ਦੇ ਵਿੱਚ। ਇੱਕ ਵਿਦਵਾਨ ਲਿਖਦਾ ਹੈ, ਉਹ ਕਹਿੰਦਾ ਜਗ ਕੀ ਭੇਡਾ ਚਾਲ ਹੈ ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤਾ। ਜਗਤ ਦੇ ਲੋਕਾਂ ਦੀ ਭੇਡ ਚਾਲ ਹੈ, ਇੱਕ ਨੂੰ ਵੇਖ ਕੇ ਦੂਜੇ ਉਸੇ ਪਾਸੇ ਬਹਿਣ 'ਚ ਬਹਿ ਟੁਰਦੇ ਨੇ, ਕੋਈ ਉਹਨਾਂ ਨੂੰ ਪਰਮਾਰਥ ਦੀ ਸੋਝੀ ਨਹੀਂ ਹੈ। ਤੋ ਪਾਤਸ਼ਾਹ ਵੀ ਇੱਥੇ ਕਹਿ ਰਹੇ ਨੇ, ਕਲਗੀਧਰ ਸਵਾਮੀ ਜੀ ਕਹਿੰਦੇ ਇਸ ਜਗਤ ਦੀ ਦੇਖਾ ਦੇਖੀ ਦੀ ਪ੍ਰੀਤ ਆ, ਇੱਕ ਦੂਜੇ ਨੂੰ ਵੇਖ ਕੇ ਬਸ ਇੱਕ ਨੇ ਜਿੱਥੇ ਮੱਥਾ ਟੇਕਿਆ ਦੂਜਾ ਵੀ ਉੱਥੇ, ਤੀਜਾ ਵੀ ਉੱਥੇ। ਇੱਕ ਬੰਦਾ ਆਕਾਸ਼ ਵੱਲ ਵੇਖਦਾ ਸੀ, 3-4 ਜਣੇ ਰਲ ਕੇ ਵੇਖਣ ਲੱਗ ਪਏ, ਉਹਨਾਂ ਨੂੰ ਵੇਖ ਕੇ 10 ਖਲੋ ਗਏ, 20 ਖਲੋ ਗਏ, ਵੀ ਆਖਰਕਾਰ ਇਹ ਵੇਖਦੇ ਕੀ ਨੇ, ਭਾਵੇਂ ਹੋਵੇ ਕੁਝ ਵੀ ਨਾ। ਇੱਕ ਵੇਖਣ ਲੱਗਾ, ਉਹਨੂੰ ਵੇਖ ਕੇ ਕਈ ਵੇਖਣ ਲੱਗ ਪਏ। ਤੋ ਏਦਾਂ ਇਹ ਜਗਤ ਦੀ ਬਿਰਤੀ ਹੈ, ਵੇਖਾ ਵੇਖੀ ਕਰਨ ਦਾ ਭਾਵ ਰੱਖਦੇ ਨੇ, ਪਰਮਾਰਥ ਦਾ ਨਹੀਂ ਪਤਾ ਵੀ ਜੋ ਅਸੀਂ ਕਰ ਰਹੇ ਹਾਂ ਵੀ ਇਹਦਾ ਮਤਲਬ ਕੀ ਹੈ, ਇਹਦੇ ਪਿੱਛੇ ਪ੍ਰਯੋਜਨ ਕੀ ਹੈ, ਇਹ ਨਹੀਂ ਵੇਖਦੇ। ਬਸ ਵੇਖਾ ਵੇਖੀ ਕਰਨ ਦਾ ਭਾਵ ਲੋਕਾਂ ਅੰਦਰ ਹੁੰਦਾ ਹੈ। ਸਿੱਖੋ ਸੱਚੀ ਸਤਿਗੁਰ ਪ੍ਰੀਤ ਸਦਾ ਹੀ ਪਾਵੰਦੀ। ਮਹਾਰਾਜ ਜੀ ਕਹਿੰਦੇ ਸਿੱਖੋ ਜਿਹੜੀ ਸੱਚੀ ਪ੍ਰੀਤ ਹੈ ਨਾ, ਉਹ ਸਿੱਖ ਦੀ ਆਪਣੇ ਸਤਿਗੁਰਾਂ ਨਾਲ ਪ੍ਰੀਤ ਹੈ, ਗੁਰੂ ਨਾਲ ਪ੍ਰੀਤ ਹੈ, ਸੱਚੀ ਪ੍ਰੀਤ। ਔਰ ਇਹੀ ਸੱਚੀ ਪ੍ਰੀਤ ਗੁਰੂ ਨੂੰ ਭਾਵਦੀ ਹੈ, ਔਰ ਗੁਰਸਿੱਖ ਨੂੰ ਸੱਚੀ ਪ੍ਰੀਤ ਭਾਉਂਦੀ ਹੈ। ਸਿੱਖ ਗੁਰੂ ਨਾਲ ਪ੍ਰੀਤ ਕਰਦਾ, ਮਤਲਬ ਕਰਕੇ ਨਹੀਂ ਕਰਦਾ। ਉਹਦਾ ਕੋਈ ਜਿੱਥੇ ਮਤਲਬ, ਉਹ ਤਾਂ ਪ੍ਰੀਤ ਹੈ ਹੀ ਨਹੀਂ, ਉਹ ਤਾਂ ਸਵਾਰਥ ਹੈ। ਸਿੱਖ ਦੀ ਗੁਰੂ ਨਾਲ ਜਿਹੜੀ ਪ੍ਰੀਤ ਹੈ ਉਹ ਮਤਲਬ ਤੋਂ ਬਿਨਾਂ, ਸਵਾਰਥ ਉਹਦੇ ਵਿੱਚ ਮਾਈਨਸ ਹੈ, ਨਹੀਂ ਹੈ। ਤਦੇ ਸਿੱਖ ਆਪਣਾ ਆਪਾ ਨਿਛਾਵਰ ਕਰਨ ਨੂੰ ਤਿਆਰ ਹੋ ਜਾਂਦਾ ਗੁਰੂ ਤੋਂ, ਕਿਉਂਕਿ ਸਿੱਖ ਦੀ ਕੇਵਲ ਤਾਂ ਕੇਵਲ ਗੁਰੂ ਨਾਲ ਸੱਚੀ ਪ੍ਰੀਤ ਹੈ, ਔਰ ਉਹ ਸੱਚੀ ਪ੍ਰੀਤ ਗੁਰੂ ਨੂੰ ਭਾਉਂਦੀ ਹੈ। ਭਾਈ ਮੇਰਾ ਸਿੱਖ ਸੁਨੋ ਸਭ ਕਾਮ ਦੀ। ਇਹ ਮੇਰੇ ਸਾਰੇ ਸਿੱਖੋ ਭਾਈਓ ਸੁਣੋ, ਜਿਹੜੀ ਕਾਮਨਾ ਦੀ ਗੱਲ ਹੈ ਨਾ, ਵੀ ਹਿਰਦੇ 'ਚ ਜਿਹੜੀ ਕਾਮਨਾ ਰੱਖਦੇ ਹਨ, ਕਾਮਨਾ ਰੱਖ ਕੇ ਜਿਹੜਾ ਕੰਮ ਕੀਤਾ ਜਾਂਦਾ ਹੈ। ਨਿਤ ਜਗ ਫਲ ਦਾਨ ਹੋਤ ਸਿਦਕ ਗੁਰ ਧਾਮ ਦੀ। ਮਹਾਰਾਜ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਸਿਦਕ ਵਿੱਚ ਰਹਿਣਾ, ਉਹਨਾਂ ਨੂੰ ਨਿਤ ਦਾ ਯੱਗ ਫਲ ਦਾਨ ਪ੍ਰਾਪਤ ਹੁੰਦਾ ਹੈ। ਜਿਹੜੇ ਸਿੱਖ ਗੁਰੂ ਘਰ ਵਿੱਚ ਸਿਦਕ ਤੇ ਭਰੋਸਾ ਰੱਖਦੇ ਆ, ਉਹਨਾਂ ਨੂੰ ਸਪੈਸ਼ਲ ਕੱਤੇ ਨਹੀਂ ਨਹਾਉਣਾ ਪੈਂਦਾ, ਉਹਨਾਂ ਨੂੰ ਸਪੈਸ਼ਲ ਮਾਘ ਨਹੀਂ ਨਹਾਉਣਾ ਪੈਂਦਾ, ਕਿ ਖਾਸ ਉਹਨਾਂ ਨੂੰ ਦਾਨ ਪੁੰਨ ਦਾ ਫਲ ਪ੍ਰਾਪਤ ਹੋਣਾ ਹੈ। ਸਿੱਖ ਗੁਰੂ ਤੇ ਜਦੋਂ ਗੁਰੂ ਘਰ ਵਿੱਚ ਆ ਕੇ ਸਿਦਕ ਰੱਖਦਾ ਨਾ, ਤੇ ਉਸ ਸਿਦਕ ਦੇ ਨਾਲ ਹੀ ਸਿੱਖ ਨੂੰ ਬੇਅੰਤ ਅਸਵ ਮੇਦ ਯੱਗ, ਗਜ ਮੇਦ ਯੱਗ, ਦਾਨ ਪੁੰਨ ਸਭ ਕੁਝ ਸਿੱਖ ਨੂੰ ਉਦੋਂ ਪ੍ਰਾਪਤ ਹੋ ਜਾਂਦੇ ਨੇ ਜਦੋਂ ਸਿੱਖ ਆਪਣੇ ਗੁਰੂ ਦੇ ਚਰਨਾਂ ਤੇ ਆ ਕੇ ਸਿਦਕ ਤੇ ਭਰੋਸਾ ਰੱਖਦਾ ਹੈ। ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ RAM। ਜਿਹੜੇ ਸਿਦਕ ਤੇ ਭਰੋਸਾ ਰੱਖ ਕੇ ਗੁਰੂ ਕੀ ਬਾਣੀ ਨੂੰ ਸੁਣਦੇ ਪੜ੍ਹਦੇ ਗਾਉਂਦੇ ਨੇ, ਉਹਨਾਂ ਨੂੰ ਇੱਕ ਨਹੀਂ ਕਈ ਕਰੋੜ ਯੱਗਾਂ ਦੇ ਫਲ ਪ੍ਰਾਪਤ ਹੋ ਜਾਂਦੇ ਹਨ। ਕਈ ਕੋਟਕ ਜਗ ਫਲਾ, ਇੱਕ ਯੱਗ ਕਰਾਉਣ ਵਾਸਤੇ ਵੀ ਲੱਖਾਂ ਕਰੋੜਾਂ ਰੁਪਈਆ ਖਰਚਦੇ ਸਨ ਰਾਜੇ ਬਾਦਸ਼ਾਹ ਲੋਕ। ਉਹ ਵੀ ਖਬਰੇ ਪੂਰਾ ਹੋਵੇ ਕਿ ਨਾ ਹੋਵੇ, ਪਰ ਗੁਰੂ ਕੇ ਸਿੱਖ ਨੂੰ ਤਾਂ ਜਦੋਂ ਗੁਰੂ ਤੇ ਸਿਦਕ ਰੱਖ ਕੇ ਭਰੋਸਾ ਰੱਖ ਕੇ ਇੱਕ ਇੱਕ ਕਦਮ ਪੁੱਟ ਕੇ ਗੁਰੂ ਘਰ ਵੱਲ ਆਉਂਦਾ ਤਾਂ ਇੱਕ ਇੱਕ ਕਦਮ ਤੇ ਸਿੱਖ ਨੂੰ 100 ਇੱਕ ਇੱਕ ਯੱਗ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰਸਿੱਖ, ਆ ਤੁਹਾਨੂੰ ਕੰਮ ਦੀ ਗੱਲ ਦਸੀਏ, ਸਿੱਖੋ ਸੁਣੋ, ਵੀ ਨਿਤ ਦਾ ਯੱਗ ਫਲ ਦਾਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਸਿੱਖ ਗੁਰੂ ਘਰ ਦੇ ਉੱਤੇ ਸਿਦਕ ਰੱਖਦੇ ਨੇ, ਭਰੋਸਾ ਰੱਖਦੇ ਨੇ। ਪਹਿਰ ਰਾਤ ਇਸ਼ਨਾਨ ਸਦਾ ਹੀ ਪਾਵੰਦੀ। ਗੁਰੂ ਕੇ ਸਿੱਖ ਨੂੰ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਇਹੀ ਪਾਉਂਦਾ ਰੋਜ਼। ਇਹ ਨਹੀਂ ਵੀ ਕੱਲਾ ਮਾਘ ਦੇ ਮਹੀਨੇ 'ਚ ਜਾਂ ਕੱਤਕ ਦੇ ਮਹੀਨੇ 'ਚ। ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਉਹਨੂੰ ਨਿਤ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਨਾ ਪਾਉਂਦਾ।
ਵੀ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਪਾਨ ਕਰ ਲਈਏ। ਹਾਂਜੀ, ਅਸਵ ਮੇਦ ਗੋਵੇਦ ਕਟੀ ਕਟ ਜਾਵੰਦੀ। ਮਹਾਰਾਜ ਜੀ ਕਹਿੰਦੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਜਿਹੜਾ ਇਸ਼ਨਾਨ ਕਰੇ ਉਹ ਸਿੱਖ ਨੂੰ ਪਾਉਂਦਾ ਹੈ। ਫਿਰ ਇੱਕ ਪਹਿਰ ਚੋਂ ਇੱਕ ਘੜੀ ਘਟ ਜਾਏ, ਯਾਨੀ ਕਿ ਥੋੜਾ ਜਿਹਾ ਲੇਟ ਹੋ ਜਾਏ। ਪਹਿਰ ਰਾਤ ਦਾ ਤੁਸੀਂ ਕਿਵੇਂ ਅੰਦਾਜ਼ਾ ਲਾਓ? ਸੂਰਜ ਦੇ ਦਿਨ ਦੇ ਚੜ੍ਹਨ ਦੇ ਨਾਲ ਤੇ ਦਿਨ ਦੇ ਛਿਪਣ ਨਾਲ ਪਹਿਰਾਂ ਦਾ ਸੰਬੰਧ ਹੈ। ਮੰਨ ਲਓ ਜਿਵੇਂ ਅੱਜ ਕੱਲ ਲੋ ਲੱਗਦੀ ਹੈ 6 ਵਜੇ, 6:15 ਲੋ ਲੱਗਦੀ ਹੈ, ਉਹਦੇ ਤੋਂ 3 ਘੰਟੇ ਪਹਿਲਾਂ ਸਮਾਂ ਲਾ ਲਓ ਤੇ ਉਹ ਰਹਿ ਜਾਏਗਾ ਇੱਕ ਪਹਿਰ ਰਾਤ ਦਾ ਅੰਮ੍ਰਿਤ ਵੇਲਾ। ਕਈ ਗੁਰਸਿੱਖ ਸਵਾ ਪਹਿਰ ਲਾਉਂਦੇ ਆ, ਸਵਾ ਪਹਿਰ ਥੋੜਾ ਜਿਹਾ ਹੋਰ ਪਹਿਲਾਂ ਚਲਾ ਜਾਏਗਾ 2 ਵਜੇ ਦੇ ਨਾਲ। ਤੋ ਇਸ ਪ੍ਰਕਾਰ ਇਹ ਪਹਿਰਾਂ ਦਾ ਜਿਹੜੀ ਵੰਡ ਹੈ ਉਹ ਕੀਤੀ ਜਾਂਦੀ ਸੂਰਜ ਦੇ ਚੜ੍ਹਨ ਨਾਲ। ਜਦੋਂ ਸੂਰਜ ਦੀ ਲੋ ਲੱਗ ਜਾਏ ਉਦੋਂ ਦਿਨ ਦਾ ਪਹਿਲਾ ਪਹਿਰ ਸ਼ੁਰੂ ਹੋ ਜਾਂਦਾ। ਮੌਸਮ ਦੇ ਮੁਤਾਬਕ ਜਿਵੇਂ ਅੱਜ ਕੱਲ 6:15 ਲੋ ਲੱਗਦੀ ਹੈ, ਗਰਮੀਆਂ ਦੇ ਵਿੱਚ 5 ਵਜੇ ਵੀ ਲੋ ਲੱਗਣੀ ਸ਼ੁਰੂ ਹੋ ਜਾਂਦੀ, 5:15। ਉਹਦੇ ਹਿਸਾਬ ਨਾਲ ਫਿਰ 3 ਘੰਟੇ ਪਿੱਛੇ ਚਲੇ ਜਾਓ, 2 ਵਜੇ ਪਹਿਰ ਰਾਤ, ਏਦਾਂ ਮੌਸਮ ਤਬਦੀਲ ਹੁੰਦਾ। ਜਿਹੜਾ ਪਹਿਰ ਰਾਤ ਉੱਠ ਕੇ ਇਸ਼ਨਾਨ ਕਰੇ ਉਹ ਗੁਰੂ ਨੂੰ ਪਾਉਂਦਾ ਹੈ। ਫਿਰ ਇੱਕ ਪਹਿਰ ਦੇ ਵਿੱਚੋਂ ਮੰਨ ਲਓ ਵੀ ਇੱਕ ਘੜੀ ਕੋਈ ਲੇਟ ਹੋ ਗਿਆ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਕੋਈ ਘੜੀ ਲੇਟ ਹੋ ਗਿਆ ਤਾਂ ਫਿਰ ਮਹਾਰਾਜ ਜੀ ਕਹਿੰਦੇ ਉਹਨੂੰ ਅਸਵਮੇਧ ਯੱਗ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ਼ਨਾਨ ਕਰ ਲਏ, ਘੜੀ ਲੇਟ ਹੋ ਕੇ ਇਸ਼ਨਾਨ ਕਰ ਲਿਆ, ਉਹਨੂੰ ਅਸਵਮੇਧ ਯੱਗ ਦਾ ਫਲ ਮਿਲ ਗਿਆ। ਇੱਕ ਘੜੀ ਹੋਰ ਲੇਟ ਹੋ ਗਿਆ ਤਾਂ ਫਿਰ ਉਹਨੂੰ ਗਊ-ਮੇਧ ਯੱਗ ਦੇ ਫਲ ਦੀ ਪ੍ਰਾਪਤੀ ਹੋ ਗਈ। ਅਸਵਮੇਧ ਯੱਗ ਕਹਿੰਦੇ ਆ ਜਿਹਦੇ ਚ ਘੋੜੇ ਦੀ ਚਰਬੀ ਪਾਈ ਜਾਂਦੀ ਹੈ। ਅਸਵ ਨਾਮ ਘੋੜੇ ਦਾ, ਗੋ ਦਾ ਹਿੰਦੁਸਤਾਨ ਵਿੱਚ ਗਊ-ਮੇਧ ਯੱਗ ਵੀ ਹੁੰਦੇ ਰਹੇ ਹੈ ਵੀ ਗਊ ਨੂੰ ਮਾਰ ਕੇ ਉਹਦੀ ਜਿਹੜੀ ਆਹੂਤੀ ਦਿੱਤੀ ਜਾਣੀ ਹਵਨ ਕੁੰਡ 'ਚ, ਉਹਦੀ ਚਰਬੀ, ਉਹਦੀ ਮਿੱਝ ਪਾ ਕੇ। ਪਰ ਮਹਾਰਾਜ ਜੀ ਕਹਿੰਦੇ ਮੇਰੇ ਸਿੱਖ ਨੂੰ ਤਾਂ ਬਿਨਾਂ ਉਹ ਯੱਗ, ਉਹਨੂੰ ਕੁੰਡ ਨਹੀਂ ਬਾਲਣਾ ਪੈਣਾ, ਉਹਨੂੰ ਕੋਈ ਬਾਹਮਣ ਨਹੀਂ ਸੱਦਣਾ ਪੈਣਾ ਯੱਗ ਕਰਾਉਣ ਨੂੰ। ਪਾਤਸ਼ਾਹ ਕਹਿੰਦੇ ਮੇਰੇ ਸਿੱਖ ਨੂੰ ਤਾਂ ਵੀ ਜੇ ਪਹਿਰ ਰਾਤ ਰਹਿੰਦਿਆਂ ਉੱਠੇ ਇਸ਼ਨਾਨ ਕਰੇ, ਜੇ ਘੜੀ ਲੇਟ ਹੋ ਜਾਏ, ਮੰਨ ਲਓ 3:30 ਵਜੇ ਜਾਂ 3:24 ਦੇ ਉੱਤੇ ਇਸ਼ਨਾਨ ਕਰੇ ਤਾਂ ਫਿਰ ਗਊ-ਮੇਧ ਯੱਗ, ਅਸਵਮੇਧ ਯੱਗ ਦਾ ਫਲ 24 ਮਿੰਟ ਹੋਰ ਲੇਟ ਹੋ ਗਏ, ਇੱਕ ਘੜੀ ਹੋਰ, ਤੇ ਫਿਰ ਗਊ-ਮੇਧ ਯੱਗ ਦਾ ਫਲ ਪ੍ਰਾਪਤ ਹੁੰਦਾ ਹੈ। ਤੀਜੀ ਅਗਨ ਹੋਤਰ ਸਟੋਮ ਜੋਤ ਮਾਵੰਦੀ। ਤੇ ਜੇ 3 ਘੜੀਆਂ ਲੇਟ ਹੋ ਜਾਏ, ਯਾਨੀ ਕਿ ਇੱਕ ਪਹਿਰ ਚੋਂ 3 ਘੜੀਆਂ ਕੱਢ ਦਿਓ, 3 ਘੜੀਆਂ ਲੇਟ ਉੱਠੇ ਇੱਕ ਪਹਿਰ ਚੋਂ, ਤਾਂ ਕਹਿੰਦੇ ਭਾਈ ਉਹਨੂੰ ਹਵਨ ਯੱਗ, ਜਿਹੜਾ ਅਗਨ ਹੋਤਰ ਯੱਗ ਹੈ, ਉਸ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸਵਰਨ ਚਾਂਦੀ ਦੂਧ ਤਾਂਬਾ ਦੇ ਸਾਮਦੀ। ਹੋਰ ਇੱਕ ਘੜੀ ਲੇਟ ਹੋ ਜਾਏ ਤੇ ਫਿਰ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਇੱਕ ਘੜੀ ਹੋਰ ਲੇਟ ਹੋ ਜਾਏ ਇਸ਼ਨਾਨ ਵਾਸਤੇ ਤਾਂ ਫਿਰ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਘੜੀ ਹੋਰ ਲੇਟ ਹੋ ਜਾਏ ਫਿਰ 1.25 ਮਣ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹੋਰ ਇੱਕ ਘੜੀ ਲੇਟ ਹੋ ਜਾਏ ਤੇ ਫਿਰ 1.25 ਮਣ ਤਾਂਬਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਰਸਮ ਦੇਖ ਜਲ ਦਾਨ ਪਾਪ ਹਨ ਜਾਮਦੀ। ਫਿਰ ਜਦੋਂ ਸੂਰਜ ਦੀ ਰੇਸ਼ਮ ਚੜ ਜਾਏ, ਰਸਮ ਦਾ ਮਤਲਬ ਰੇਸ਼ਮ ਚੜ ਜਾਏ, ਉਹਦੀ ਕਿਰਨ ਦਿਸ ਪਏ ਸੂਰਜ ਦੀ, ਉਦੋਂ ਉੱਠੇ ਇਸ਼ਨਾਨ ਕਰੇ, ਕਹਿੰਦੇ ਉਦੋਂ ਫਿਰ ਕੇਵਲ ਪਾਣੀ ਦਾਨ ਕਰਨ ਦਾ ਹੀ ਫਲ ਪ੍ਰਾਪਤ ਹੁੰਦਾ। ਏਦਾਂ ਇਹ ਵੰਡ ਕੀਤੀ ਹੋਈ ਹੈ। ਅਸੀਂ ਜਦੋਂ ਵਿਦਿਆਲੇ 'ਚ ਪੜ੍ਹਦੇ ਸਾਂ ਤੇ ਆਪਸ ਵਿੱਚ ਵਿਦਿਆਰਥੀ ਹੱਸਿਆ ਕਰਦੇ, ਕਹਿੰਦੇ ਹਾਂ ਭਾਈ ਅੱਜ ਤਾਂ ਇੱਕ ਕਹੇ ਵੀ ਮੇਰਾ 1.25 ਮਣ ਸੋਨਾ ਦਾਨ ਕਰਨ ਦਾ ਮੈਂ ਫਲ ਲੈ ਲਿਆ। ਉਹ ਰੋਜ਼ ਉਹਨਾਂ ਨੇ ਗਿਣਤੀ ਕਰਨੀ ਵੀ ਹੁਣ 1.25 ਮਣ 40 ਕਿਲੋ ਦਾ ਮਣ ਕਹਿੰਦੇ ਆ, ਉਹ ਕਹਿੰਦੇ ਮੇਰੇ ਇੰਨੇ ਕੁਆਂਟਲ ਹੋ ਗਏ, ਤੀਜਾ ਕਹੇ ਮੇਰੇ ਇੰਨੇ ਟਨ ਹੋ ਗਏ ਦਾਨ ਕਰਨ ਦਾ ਫਲ। ਤੋ ਏਦਾਂ ਇਹ ਕਾਂਖਾ ਤਾਂ ਨਹੀਂ ਹੁੰਦੀ ਸਿੱਖ ਨੂੰ,
ਕਾਮਨਾ ਨਹੀਂ ਹੈ ਵੀ ਮੈਨੂੰ ਇਹ ਦਾਨ ਕਰਨ ਦਾ ਫਲ ਮਿਲੇਗਾ ਜ਼ਰੂਰ। ਕਾਂਖਾ ਨਾ ਰੱਖੇ, ਕਾਮਨਾ ਨਾ ਰੱਖੇ। ਜਦੋਂ ਕਾਮਨਾ ਰੱਖ ਕੇ ਅਸੀਂ ਕੋਈ ਕਰਮ ਕਰਦੇ ਹਾਂ ਤੇ ਫਿਰ ਸਾਡੀ ਪ੍ਰੀਤ ਵੀ ਮਤਲਬ ਦੀ ਹੋਈ ਨਾ। ਸਿੱਖ ਦੀ ਪ੍ਰੀਤ ਮਤਲਬ ਦੀ ਨਹੀਂ ਹੈ। ਸਿੱਖ ਤਾਂ ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਦਾ ਵੀ ਮੇਰੇ ਗੁਰੂ ਦਾ ਹੁਕਮ ਹੈ। ਮੈਨੂੰ ਨਹੀਂ ਪਤਾ ਵੀ ਕਿ ਆਯੁਰਵੇਦ ਵਾਲੇ ਜਾਂ ਸਾਇੰਸ ਵਾਲੇ ਕੀ ਕਹਿੰਦੇ ਆ ਵੀ ਅੰਮ੍ਰਿਤ ਵੇਲੇ ਨਹਾਉਣ ਦਾ ਕੀ ਫਲ ਹੈ, ਮੈਨੂੰ ਇਹਦੇ ਬਾਰੇ ਨਹੀਂ ਪਤਾ ਵੀ ਇਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ, ਸੂਰਜ ਚੜ੍ਹਨ ਤੋਂ ਪਹਿਲਾਂ ਨਹਾਈਏ ਕਹਿੰਦੇ ਆ ਸਾਇੰਸ ਵਾਲੇ। ਮੈਂ ਨਹੀਂ ਜਾਣਦਾ। ਮੈਂ ਤਾਂ ਇਹ ਜਾਣਦਾ ਵੀ ਮੇਰੇ ਗੁਰੂ ਸਾਹਿਬ ਨੇ ਕਿਹਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤਾਰਿਆਂ ਦੀ ਲੋ ਵਿੱਚ, ਤੇ ਮੈਂ ਕਰਦਾ। ਉਹਦਾ ਕੀ ਫਲ ਮਿਲਦਾ ਕੀ ਨਹੀਂ ਮਿਲਦਾ ਮੈਂ ਨਹੀਂ ਜਾਣਦਾ। ਪਰ ਜਿਵੇਂ ਕਿਸੇ ਪਾਂਧੂ ਨੂੰ ਲਾਣਾ ਹੋਵੇ ਨਾ, ਜਿਵੇਂ ਕਿਸੇ ਬੱਚੇ ਨੂੰ ਕਹਿੰਦੇ ਲਾਲਚ ਲਾਣਾ ਹੁੰਦਾ ਨਾ, ਤੇ ਉਹਨੂੰ ਲਾਲਚ ਲਾਇਆ ਫਰੀਦ ਨੂੰ ਮਾਤਾ ਨੇ। ਸ਼ੱਕਰ ਮਿਲਦੀ ਹੈ ਜਦੋਂ ਨਮਾਜ਼ ਪੜ੍ਹੀਏ, ਬਹਿ ਕੇ ਰੱਬ ਰੱਬ ਕਰੀਏ, ਮਾਲਾ ਫੇਰੀਏ। ਉਹ ਲਾਲਚ, ਪਰ ਬਾਅਦ ਵਿੱਚ ਉਹ ਲਾਲਚ ਲੱਗਾ ਤਾਂ ਨਹੀਂ ਰਿਹਾ ਫਰੀਦ ਨੂੰ, ਸ਼ੁਰੂਆਤ ਵਿੱਚ ਲਾਇਆ। ਏਦਾਂ ਸ਼ੁਰੂਆਤ ਵਿੱਚ ਜਗਿਆਸੂ ਨੂੰ ਲਾਉਣ ਵਾਸਤੇ ਵੀ ਤੈਨੂੰ ਦਾਨ ਪੁੰਨ ਦਾ ਫਲ ਮਿਲਣਾ। ਜਦੋਂ ਲੱਗ ਗਿਆ ਫਿਰ ਉਹਦੇ ਅੰਦਰ ਕਾਂਖਾ ਨਹੀਂ ਰਹਿੰਦੀ, ਮਿਲੇ ਕਿ ਨਾ ਮਿਲੇ, ਉਹ ਕਾਮਨਾ ਤੋਂ ਰਹਿਤ ਹੋ ਜਾਂਦਾ। ਪਰ ਸ਼ੁਰੂਆਤ ਵਿੱਚ ਤਾਂ ਇਸੇ ਤਰ੍ਹਾਂ ਹੀ ਲਾਇਆ ਜਾਂਦਾ ਨਾ, ਉਹਨੂੰ ਇੱਕ ਪ੍ਰਕਾਰ ਦਾ ਲਾਲਚ ਦੇ ਕੇ ਲਾਉਣਾ ਜਗਿਆਸੂ ਨੂੰ ਵੀ ਹਾਂ ਭਾਈ ਇਦਾਂ ਚੱਲ। ਜਦੋਂ ਉਹਨੂੰ ਸਿੱਧਾ ਕਹੋ ਵੀ ਉੱਠ ਕੇ ਇਸ਼ਨਾਨ ਕਰ, ਉਹਨੇ ਕਹਿਣਾ ਕੀ ਮਿਲਣਾ। ਫਿਰ ਜਦੋਂ ਉਹਨੂੰ ਪਤਾ ਲੱਗੇ ਵੀ ਭਾਈ ਆਹ ਕੁਝ ਮਿਲਦਾ ਹੈ, ਸੋਨਾ ਦਾਨ ਕਰਨ ਦਾ, ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਫਿਰ ਉਹ ਜਗਿਆਸਾ ਨਾਲ ਜੁੜਦਾ ਹੈ। ਜਦੋਂ ਜੁੜ ਜਾਏ ਬਾਅਦ ਵਿੱਚ ਫਿਰ ਉਹਦੇ ਅੰਦਰ ਉਹ ਕਾਂਖਾ ਰਹਿੰਦੀ ਨਹੀਂ ਹੈ। ਤੋ ਕਹਿੰਦੇ ਜਦੋਂ ਲੋ ਲੱਗ ਜੇ, ਰਿਸ਼ਮਾ ਲੱਗ ਜਾਣ, ਚੜ ਜਾਣ, ਉਹਨੂੰ ਵੇਖ ਕੇ ਜਿਹੜਾ ਇਸ਼ਨਾਨ ਕਰੇ ਨਾ ਲੇਟ ਹੋ ਜਾਏ ਤਾਂ ਫਿਰ ਉਹਨੂੰ ਭਾਈ ਕੇਵਲ 1.25 ਮਣ ਪਾਣੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਹੋਏ ਪਵਿੱਤਰ ਕਾਇਆ ਨਾਏ ਦੁਪਹਿਰ ਜੋ। ਕਹਿੰਦੇ ਫਿਰ ਜਦੋਂ ਦਿਨ ਚੜ ਜਾਏ ਤੇ ਫਿਰ ਨਹਾਣਾ ਹੀ ਨਹਾਣਾ ਸਰੀਰ ਦਾ, ਫਿਰ ਉਹਦਾ ਕੋਈ ਲਾਭ ਨਹੀਂ। ਬਸ ਇੰਨਾ ਸਰੀਰ ਸਾਫ਼ ਸੁਥਰਾ ਹੋ ਜਾਂਦਾ, ਹੋਰ ਕੋਈ ਲਾਭ ਨਹੀਂ ਹੈ। ਵੀ ਸਰੀਰ ਜਿਹੜਾ ਉਹ ਸਾਫ਼ ਸੁਥਰਾ ਹੋ ਜਾਂਦਾ। ਜਦੋਂ ਦਿਨ ਚੜਿਆ, ਸੂਰਜ ਚੜਿਆ ਨਹਾਇਆ, ਤੇ ਸੂਰਜ ਚੜਿਆ ਇਸ਼ਨਾਨ ਪਾਨ ਕਰਕੇ ਕੇਵਲ ਕਾਇਆ ਪਵਿੱਤਰ ਹੋਈ ਹੈ, ਹੋਰ ਕੁਝ ਨਹੀਂ ਮਿਲਿਆ। ਹਾਂਜੀ। ਤੀਜੈ ਮਲੇਛ ਇਸ਼ਨਾਨ ਚਤੁਰ ਤੇ ਕਹਿਰ ਜੋ। ਜਿਹੜੇ ਤੀਜੇ ਪਹਿਰ ਉੱਠ ਕੇ ਨਹਾਉਂਦੇ ਆ, ਉੱਠਦੇ ਹੀ ਦੁਪਹਿਰ ਤੋਂ ਬਾਅਦ ਨੇ, ਰਾਤ ਨੂੰ 2-3 ਵਜੇ ਤੱਕ ਗਲੀਆਂ ਕੱਛੀ ਜਾਣੀਆਂ ਨੇ, ਇੱਧਰ ਉੱਧਰ ਫਿਰੀ ਫੁਰੀ ਜਾਣਾ। ਸਵੇਰੇ ਫਿਰ ਦੁਪਹਿਰ ਵੀ ਲੰਘ ਜਾਂਦੀ, ਦੁਪਹਿਰ ਨੂੰ ਜਾ ਕੇ 2:30-3 ਵਜੇ ਉੱਠ ਕੇ ਨਹਾਉਣਾ। ਕਹਿੰਦੇ ਜਿਹੜਾ ਇਹ ਇਸ਼ਨਾਨ ਹੈ ਨਾ, ਇਹ ਮਲੇਛ ਇਸ਼ਨਾਨ ਹੈ। ਮਲੇਛ ਕੋਈ ਫਾਇਦਾ ਨਹੀਂ, ਇਹ ਮਲੇਛਾਂ ਦਾ ਨਹਾਉਣਾ, ਇਹ ਮਲੇਛ ਇਸ਼ਨਾਨ ਹੈ। ਤੇ ਚਤੁਰਥੇ ਕਹਿਰ ਦੀ, ਤੇ ਜਿਹੜਾ ਚੌਥੇ ਪਹਿਰ ਨਹਾਵੇ ਸ਼ਾਮ ਨੂੰ 5-6 ਵਜੇ ਨਹਾਵੇ ਹੀ ਨਾ, ਸਵੇਰ ਤੋਂ ਉੱਠ ਕੇ ਜਿਉਂ ਸ਼ਾਮ ਤੱਕ ਉੱਠੇ ਹੀ ਨਾ। ਹੁੰਦੇ ਨੇ ਇਹੋ ਜਿਹੇ ਵੀ ਮਹਾਂਪੁਰਸ਼, ਮਹਾਂਪੁਰਸ਼ ਹੀ ਕਹਾਂਗੇ ਉਹਨਾਂ ਨੂੰ, ਵੀ ਉਹਨਾਂ ਨੇ ਸਵੇਰੇ ਨਹੀਂ ਨਹਾਉਣਾ, ਉੱਠਣਾ ਹੀ ਨਹੀਂ ਹੈ। ਜਦੋਂ ਉਹਨਾਂ ਨੇ ਇਹ ਵੇਖਣਾ ਵੀ ਸੂਰਜ ਚੜ੍ਹਦਾ ਹੋਵੇ, ਵੀ ਥੋੜਾ ਜਿਹਾ ਉੱਤੇ ਆਕਾਸ਼ ਤੋਂ ਹੋਵੇ, ਪਰ ਇਹ ਮਾਇਨਾ ਨਹੀਂ ਰੱਖਦਾ ਵੀ ਉਹ ਪੂਰਬ ਵਾਲੇ ਪਾਸੇ ਹੋਵੇ ਕਿ ਪੱਛਮ ਵਾਲੇ। ਉਹਨਾਂ ਨੇ ਵੇਖਣਾ ਵੀ ਸੂਰਜ ਇੰਨਾ ਕੁ ਚੜ੍ਹਿਆ, ਯਾਨੀ ਕਿ ਪੱਛਮ ਵਾਲੇ ਪਾਸੇ ਵੀ ਚੜ੍ਹਦਾ। ਉਹਨਾਂ ਨੇ ਵੇਖਣਾ ਵੀ ਉਹ ਚੜ੍ਹਦਾ ਹੀ ਦਿਸਦਾ ਉਹਨਾਂ ਨੂੰ, ਭਾਵੇਂ ਛੁਪਦਾ ਹੋਵੇ, ਉਹਨੂੰ ਵੇਖ ਕੇ ਨਹਾਉਣਾ। ਇਦਾਂ ਦੇ ਜਿਹੜੇ ਬੰਦੇ ਐ, ਮਹਾਰਾਜ ਜੀ ਕਹਿੰਦੇ ਫਿਰ ਉਹ ਤਾਂ ਤਮੋ ਗੁਣੀ ਬਿਰਤੀ ਵਾਲੇ ਤਾਮਸੀ ਰਾਖਸ਼ੀ ਨੇ। ਰਾਖਸ਼ੀ ਬਿਰਤੀ ਹੈ ਫਿਰ ਉਹਨਾਂ ਦੀ। ਐਸਾ ਨਹੀਂ ਵੀ ਜਿਹੜਾ ਸ਼ਾਮ ਨੂੰ ਇਸ਼ਨਾਨ ਨਹੀਂ ਕਰਨਾ। ਹਾਂ, ਕਈ ਗੁਰਸਿੱਖ ਅੰਮ੍ਰਿਤ ਵੇਲੇ ਵੀ ਇਸ਼ਨਾਨ ਕਰਦੇ, ਸ਼ਾਮ ਨੂੰ ਜਦੋਂ ਰਹਿਰਾਸ ਸਾਹਿਬ ਦਾ ਪਾਠ ਕਰਨਾ ਉਦੋਂ ਵੀ ਕਰ ਲੈਂਦੇ ਇਸ਼ਨਾਨ ਗੁਰੂ ਘਰ ਆਉਣ ਵੇਲੇ, ਫਿਰ ਤਾਂ ਪ੍ਰਵਾਨ ਨੇ। ਪਰ ਜੇ ਸਵੇਰੇ ਨਹਾਤਾ ਹੀ ਨਹੀਂ, ਜੋ ਸਾਰਾ ਦਿਨ ਸੁੱਤਾ ਹੀ ਰਿਹਾ, ਰਾਤ ਸਾਰੀ ਨਿਸਾਚਰ ਬਣ ਗਿਆ ਨਾ, ਜਿਵੇਂ ਉੱਲੂ ਰਾਤ ਨੂੰ ਜਾਗਦੇ ਆ, ਉੱਲੂਆਂ ਵਾਂਗੂ ਜਾਗੀ ਜਾਣਾ, ਮੋਬਾਈਲ ਤੇ ਜਾਗੀ ਜਾਣਾ, ਜਾਂ ਉਦਾਂ ਗਲੀਆਂ ਵਿੱਚ ਫਿਰੀ ਜਾਣਾ, ਵਾਰਾਗਰਦੀਆਂ ਕਰੀ ਜਾਣੀਆਂ, ਕਰਦੇ ਆ ਕਈ। ਤੇ ਉਹ ਜਿਹੜੇ ਲੋਕ ਨੇ, ਮਹਾਰਾਜ ਜੀ ਕਹਿੰਦੇ ਉਹ ਮਲੇਛ ਨੇ।
ਉਹ ਤਾਮਸੀ ਬਿਰਤੀ ਵਾਲੇ, ਤਮੋਗੁਣੀ ਬਿਰਤੀ ਵਾਲੇ ਤਾਮਸੀ ਹਨ। ਰਾਤ ਰਾਖਸ਼ੀ ਨਹਾਏ ਅਰਧ ਹੋਏ ਪਾਤਕੀ। ਫਿਰ ਜਿਹੜੇ ਰਾਤ ਦਾ ਪਹਿਲਾ ਪਹਿਰ, ਕਈ ਰਾਤ ਨੂੰ ਨਹਾਉਂਦੇ ਆ, ਦਿਨੇ ਨਹਾਣਾ ਹੀ ਨਹੀਂ ਉਹਨਾਂ ਨੇ ਸਾਰਾ, ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤਾਈਂ। ਰਾਤ ਨੂੰ ਉਹਨਾਂ ਨੇ 8-9 ਵਜੇ ਨਹਾ ਧੋ ਕੇ ਲਿਸ਼ਕ ਪੁੱਛ ਕੇ ਨਿਕਲਣਾ ਫਿਰ ਬਾਹਰ ਨੂੰ। ਜਿਹੜੇ ਉਹ ਰਾਤ ਨੂੰ ਨਹਾਉਂਦੇ 8-9 ਵਜੇ ਤੇ ਫਿਰ ਕਹਿੰਦੇ ਰਾਤ ਦੇ 12 ਵਜੇ ਸਾਡਾ ਦਿਨ ਚੜ੍ਹਦਾ ਜੀ, ਅਸੀਂ ਤਾਂ ਫਿਰਦੇ ਆਂ ਬਾਹਰ। ਉਹ ਜਿਹੜੇ ਲੋਕ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਤਾਂ ਮਹਾ ਰਾਖਸ਼ਾਂ ਤੋਂ ਵੀ ਕੋਈ ਨੀਚ ਹੋਵੇ ਤੇ ਉਹਨੂੰ ਉਹ ਕਹਿ ਸਕਦੇ ਆ, ਰਾਖਸ਼ਾਂ ਤੋਂ ਵੀ ਨੀਚ, ਵੀ ਜਿਹੜੇ ਅੰਮ੍ਰਿਤ ਵੇਲੇ ਨਹੀਂ ਨਹਾਉਣਾ ਅਤੇ ਰਾਤ ਨੂੰ 8-9 ਵਜੇ ਨਹਾ ਕੇ ਤੇ ਫਿਰ ਲਿਸ਼ਕ ਪੁਸ਼ਕ ਕੇ ਆਲੇ ਦੁਆਲੇ ਸੈਂਟ ਫੇਰ ਕੇ ਸਰੀਰ ਦੇ ਤੇ ਫਿਰ ਨਿਕਲਣਾ ਗਲੀਆਂ ਕੱਛਣ ਵਾਸਤੇ, ਅਵਾਰਾਗਰਦੀਆਂ ਕਰਨ ਵਾਸਤੇ। ਮਹਾਰਾਜ ਜੀ ਕਹਿੰਦੇ ਫਿਰ ਉਹ ਰਾਖਸ਼ ਹੈ। ਹਾਂਜੀ, ਹਿੰਸਾ ਸਭ ਕੀ ਪਾਪ ਜਲ ਕਾਲ ਨ ਸ਼ਾਂਤ ਕੀ। ਫਿਰ ਅੱਧੀ ਰਾਤ ਨੂੰ ਕਈ ਫਿਰ 11-12 ਵਜੇ ਨਹਾਉਣ ਦਾ ਕਈਆਂ ਦਾ ਸੁਭਾਅ ਹੁੰਦਾ। ਅੱਜ ਕੱਲ ਤਾਂ ਚਲੋ ਬੋਰ ਆ ਗਏ ਨੇ, ਘਰਾਂ 'ਚ ਟੂਟੀਆਂ ਨੇ, ਪੁਰਾਣੇ ਵੇਲਿਆਂ 'ਚ ਦਰਿਆਵਾਂ ਵਿੱਚ, ਸਰੋਵਰਾਂ, ਤਲਾਬਾਂ 'ਚ ਲੋਕ ਖੂਹਾਂ ਵਿੱਚ ਇਸ਼ਨਾਨ ਕਰਦੇ। ਉਸ ਵੇਲੇ ਮਾੜਾ ਸਮਝਿਆ ਜਾਂਦਾ ਸੀ ਵੀ ਜਦੋਂ ਰਾਤ ਨੂੰ ਕੋਈ ਜਾ ਕੇ 10-11 ਵਜੇ ਜਾਂ 12 ਵਜੇ ਨਹਾਉਂਦਾ ਸੀ ਤਾਂ ਉਹਨੂੰ ਕਹਿੰਦੇ ਸੀ ਵੀ ਹਿੰਸਾ ਕਰਦਾ, ਕਿਉਂਕਿ ਦਰਿਆਵਾਂ ਵਿੱਚ ਜੀਵ ਹੁੰਦੇ ਆ, ਰਾਤ ਨੂੰ ਉਹ ਆਰਾਮ ਕਰਦੇ ਹੁੰਦੇ ਆ। ਜਿਹੜੇ ਜਲ ਜੰਤੂ ਹੁੰਦੇ ਆ ਸਰੋਵਰਾਂ 'ਚ, ਤਲਾਬਾਂ ਵਿੱਚ, ਦਰਿਆਵਾਂ ਵਿੱਚ, ਤੇ ਜਦੋਂ ਰਾਤ ਨੂੰ 11-12 ਵਜੇ ਜਾ ਕੇ ਉੱਥੇ ਨਹਾਉਣਾ, ਉਹਨਾਂ ਜੀਵਾਂ ਨੂੰ ਅਸ਼ਾਂਤ ਕਰਨਾ, ਤੇ ਉਹਨਾਂ ਨੂੰ ਅਸ਼ਾਂਤ ਕਰਕੇ ਨਹਾ ਕੇ ਆਪਣੇ ਆਪ ਨੂੰ ਸ਼ਾਂਤੀ ਕਿੱਥੇ ਮਿਲਣੀ ਸੀ। ਚਲੋ ਅੱਜ ਕੱਲ ਤਾਂ ਹੋਰ ਸਾਧਨ ਆ ਗਏ ਇਸ਼ਨਾਨ ਪਾਣ ਦੇ, ਇਹ ਉਸ ਵੇਲੇ ਦੀ ਪ੍ਰਕਿਰਿਆ ਮੁਤਾਬਕ ਸੀ। ਉਦੋਂ ਕਹਿੰਦੇ ਸੀ ਵੀ ਇਹਨੇ ਜਲ ਹਿੰਸਾ ਕੀਤੀ। ਇੱਕ ਹੁੰਦੀ ਜੀਵ ਹਿੰਸਾ, ਇੱਕ ਹੁੰਦੀ ਜਲ ਹਿੰਸਾ। ਜਲ ਹਿੰਸਾ ਦਾ ਮਤਲਬ ਵੀ ਪਾਣੀ ਦੇ ਵਿੱਚ ਜਿਹੜੇ ਜੀਵਾਂ ਨੂੰ ਜਾ ਕੇ ਪਰੇਸ਼ਾਨ ਕਰਨਾ, ਉਹ ਵਿਚਾਰੇ ਡਰਦੇ ਫਿਰ ਭੱਜਦੇ ਫਿਰਦੇ ਆ। ਇੱਕ ਤਾਂ ਐਨ ਟਿਕਿਆ ਹੁੰਦਾ ਪਾਣੀ ਰਾਤ ਨੂੰ ਤੇ ਉਹ ਸ਼ਾਂਤ ਹੋ ਕੇ ਵਿੱਚ, ਤੇ ਇੱਕ ਜਮ ਜਾ ਕੇ ਨੇ ਵਿੱਚ ਨਹਾਉਣਾ, ਆਪਣਾ ਸਰੀਰ ਮਲਣਾ ਰਾਖਸ਼ਾਂ ਵਾਂਗੂ, ਵੀ ਤੇਰੇ ਕੋਲ ਅੰਮ੍ਰਿਤ ਵੇਲਾ ਸਾਂਭਿਆ ਨਹੀਂ ਗਿਆ। ਉਹ 10-11 ਵਜੇ ਜਾ ਕੇ ਨਹਾ ਕੇ ਇਸ਼ਨਾਨ ਕਰਕੇ ਤੇ ਕਹੇ ਜੀ ਹੁਣ ਮੈਂ ਆਪਣੇ ਜਿਹੜੇ ਸੰਸਾਰੀ ਕੰਮ ਧੰਦੇ ਨੇ ਉਹ ਕਰਾਂ। ਮਹਾਰਾਜ ਜੀ ਕਹਿੰਦੇ ਵੀ ਯੋਗ ਨਹੀਂ। ਇਸ਼ਨਾਨ ਦਾ ਸਮਾਂ ਹੁੰਦਾ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਸਮੇਂ ਦੇ ਨਾਲ ਹੀ ਖਾਣਾ ਹੋਣਾ ਚਾਹੀਦਾ, ਸਮੇਂ ਨਾਲ ਹੀ ਇਸ਼ਨਾਨ ਪਾਨ ਹੋਣਾ ਚਾਹੀਦਾ। ਇਹ ਨਹੀਂ ਵੀ ਬਿਨਾਂ ਗੱਲ ਤੋਂ ਸਾਰਾ ਦਿਨ ਪਾਣੀ ਰੋੜੀ ਜਾਏ ਨਹਾ ਨਹਾ ਕੇ। ਤੇ ਸਰੀਰ ਦਾ ਜਿਹੜਾ ਇਸ਼ਨਾਨ ਪਾਨ ਦਾ ਉਹਦਾ ਵੀ ਸਮਾਂ ਹੋਣਾ ਚਾਹੀਦਾ, ਨਿਰਧਾਰਤ ਸਮਾਂ। ਸੁਬਾਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲੋ, ਸ਼ਾਮ ਨੂੰ ਇਸ਼ਨਾਨ ਪਾਨ ਜਿਹਨੇ ਕਰਨਾ, ਜੇ ਕਰ ਸਕੇ ਸਰੀਰ ਤਾਂ ਮੌਸਮ ਦੇ ਮੁਤਾਬਕ ਸ਼ਾਮ ਨੂੰ ਵੀ ਕਰ ਲਵੇ। ਸਾਰਾ ਦਿਨ ਪਾਣੀ ਖਰਾਬ ਕਰੀ ਜਾਣਾ, ਨਹਾ ਕੇ ਰੋੜੀ ਜਾਣਾ, ਉਹਦਾ ਵੀ ਕੋਈ ਲਾਭ ਨਹੀਂ ਹੈ। ਤੋ ਹਰ ਇੱਕ ਚੀਜ਼ ਜਿਹੜੀ ਹੈ ਉਹ ਲੋੜ ਮੁਤਾਬਕ ਹੀ ਹੁੰਦੀ ਹੈ। ਜ਼ਰੂਰਤ, ਖਾਣਾ ਵੀ ਲੋੜ ਮੁਤਾਬਕ ਹੀ ਹੁੰਦਾ। ਇਹ ਨਹੀਂ ਵੀ ਬਿਨਾਂ ਗੱਲ ਤੋਂ ਖਾਈ ਜਾਓ, ਭੁੱਖ ਨਾ ਲੱਗੇ ਤਾਂ ਵੀ ਖਾਈ ਜਾਓ, ਉਹਦਾ ਵੀ ਕੋਈ ਲਾਭ ਨਹੀਂ। ਉਹਨੇ ਤਾਂ ਜ਼ਹਿਰ ਹੀ ਬਣਨਾ ਅੰਦਰ ਸਰੀਰ 'ਚ ਜਾ ਕੇ। ਤੋ ਹਰ ਇੱਕ ਚੀਜ਼, ਸੌਣਾ ਵੀ ਲੋੜ ਦਾ ਹੀ ਹੁੰਦਾ। ਬਿਨਾਂ ਗੱਲ ਤੋਂ ਦਿਨ ਰਾਤ ਹੀ ਸੁੱਤਾ ਰਹੇ ਉਹਦਾ ਵੀ ਕੋਈ ਲਾਭ ਨਹੀਂ ਹੈ। ਨਿੰਦਰਾ ਵੀ ਉਹਦਾ ਕੋਈ ਸਮਾਂ ਹੋਣਾ ਚਾਹੀਦਾ ਵੀ ਇੰਨੇ ਤੋਂ ਇੰਨੇ ਟਾਈਮ ਤੱਕ ਸੌਣਾ। ਸੁਬਾਹ ਅੰਮ੍ਰਿਤ ਵੇਲੇ ਉੱਠ ਜਾਂਦਾ ਤਾਂ ਫਿਰ ਦੁਪਹਿਰ ਨੂੰ ਘੰਟਾ-2 ਘੰਟੇ ਜੇ ਰੈਸਟ ਕਰਨੀ ਤਾਂ ਦੁਪਹਿਰ ਦਾ ਵੀ ਨਿਯਮ ਬਣਾ ਲਵੇ। ਤੋ ਇਸ ਪ੍ਰਕਾਰ ਕੁਝ ਨਿਯਮਾਵਲੀ ਹੋਣੀ ਚਾਹੀਦੀ ਹੈ ਸਰੀਰ ਦੀ। ਏਦਾਂ ਨਹੀਂ ਵੀ ਬੇਢੱਬਾ ਜਿਹਾ ਜੀਵਨ ਹੋਵੇ, ਨਾ ਖਾਣ ਦਾ ਟਾਈਮ ਨਾ ਸੌਣ ਦਾ ਟਾਈਮ। ਆਹੀ ਕੁਝ ਹੁੰਦਾ ਸਾਡੇ ਨਾਲ। ਕਹਿੰਦੇ ਜੀ ਸਾਡੀ ਤਾਂ ਜ਼ਿੰਦਗੀ ਵੀ ਨਾ ਜੀ ਖਾਣ ਦਾ ਟਾਈਮ ਹੈ ਜੀ, ਨਾ ਸੌਣ ਦਾ ਟਾਈਮ ਹੈ ਜੀ, ਨਾ ਨਹਾਉਣ ਦਾ ਟਾਈਮ ਹੈ। ਟਾਈਮ ਤਾਂ ਬਣਾਉਣਾ ਪੈਂਦਾ, ਉਹਦਾ ਇੱਕ ਸਮਾਂ ਨਿਸ਼ਚਿਤ ਕਰਨਾ ਪੈਂਦਾ। ਜਿਵੇਂ ਕੁਦਰਤ ਦੀ ਇਹ ਕੁਦਰਤ ਦੇ ਨਿਯਮ ਜਿਹੜੇ ਨੇ, ਕਦੇ ਵੇਖਿਆ ਵੀ ਸੂਰਜ ਨੇ ਆਖਿਆ ਵੀ ਅੱਜ ਨਹੀਂ ਚੜ੍ਹਦੇ, ਰੈਸਟ ਕਰਨੇ ਆ, ਮੈਂ ਥੱਕਿਆ ਸੀ ਕੱਲ ਦਾ, ਵੀ ਅੱਜ ਉਹਦਾ ਜਿਹੜਾ ਟਾਈਮ ਹੈ ਉਹਨੇ ਐਨ ਉਸੇ ਟਾਈਮ ਤੇ ਉਹਦੇ ਹੋ ਜਾਣਾ। ਸਾਰੀ ਕੁਦਰਤ ਦਾ ਜਿੰਨਾ ਵੀ ਨਿਯਮ ਚੱਲ ਰਿਹਾ ਐਨ ਆਪਣੇ ਨਿਯਮ ਦੇ ਮੁਤਾਬਕ ਉਹ ਕੁਦਰਤ ਦੇ ਦਿਨ ਦਾ ਸੂਰਜ ਚੜ੍ਹਦਾ, ਚੰਦਰਮਾ ਘਟਦਾ, ਵੱਧਦਾ, ਪੁੰਨਿਆ ਮੱਸਿਆ, ਉਹ ਜਿਹੜੇ ਦਿਨ ਆਉਂਦੇ ਆ ਕੁਦਰਤ ਦੇ, ਉਹ ਕੁਦਰਤ ਦੇ ਨਾਲ ਨਿਯਮ ਨਾਲ ਚੱਲ ਰਹੇ ਨੇ। ਇੱਕ ਬੰਦਾ ਹੀ ਹੈ ਜਿਹੜਾ ਬੇਨਿਯਮ ਟੁਰਿਆ ਫਿਰਦਾ, ਬੇਤਰਤੀਬਾ। ਬਾਕੀ ਸਾਰੀ ਕੁਦਰਤ ਨਿਯਮ। ਪਸ਼ੂ ਜਾਨਵਰ ਵੀ ਜਿਹੜੇ ਪੰਛੀ ਨੇ ਉਹ ਵੀ ਨਿਯਮ ਨਾਲ ਹੀ ਚੱਲਦੇ ਆ।
ਹਾਲਾਂਕਿ ਉਹਨਾਂ 'ਚ ਸੁਰਤ ਨਹੀਂ, ਗਿਆਨ ਨਹੀਂ। ਇੱਕ ਮਨੁੱਖ ਵਿੱਚ ਗਿਆਨ ਹੋਣ ਦੇ ਬਾਵਜੂਦ ਵੀ ਇਹ ਬੇਤਰਤੀਬਾ ਤੇ ਬੇਨਿਯਮਾਂ ਹੀ ਟੁਰਿਆ ਫਿਰਦਾ। ਗੁਰੂ ਸਾਹਿਬ ਨੇ ਰਹਿਤ ਸਾਨੂੰ ਇਸੇ ਕਰਕੇ ਦਿੱਤੀ ਹੈ ਵੀ ਨਿਯਮ ਬਣਾਏ, ਰਹਿਤ ਬਣਾਈ ਵੀ ਇਸ ਰਹਿਤ ਦੇ ਮੁਤਾਬਕ ਚੱਲਣਾ। ਇਦਾਂ ਦਾ ਤੁਹਾਡਾ ਖਾਣਾ, ਇਦਾਂ ਦਾ ਪਹਿਨਣਾ, ਇਦਾਂ ਦਾ ਬੋਲਣਾ, ਇੰਨਾ ਸੌਣਾ, ਇੰਨਾ ਅੰਮ੍ਰਿਤ ਵੇਲੇ ਕਿਹੜੇ ਟਾਈਮ ਇਸ਼ਨਾਨ ਪਾਨ ਕਰਨਾ, ਕਿਸ ਵੇਲੇ ਕੀ ਕਰਨਾ, ਉਹ ਸਾਰੇ ਨਿਯਮ ਮਹਾਰਾਜ ਜੀ ਨੇ ਸਾਡੇ ਲਈ ਰਹਿਤ ਮਰਿਆਦਾ ਦੇ ਬਣਾਏ ਹੈ। ਇੱਕ ਖਾਲਸਾ ਧਰਮ ਸ਼ਾਸਤਰ ਗ੍ਰੰਥ ਹੈ, ਉਹਦੇ 'ਚ ਸਾਰੀ ਰਹਿਣੀ ਬਹਿਣੀ ਦੱਸੀ ਹੈ। ਖਾਲਸਾ ਧਰਮ ਸ਼ਾਸਤਰ ਜਨਮ ਤੋਂ ਲੈ ਪ੍ਰੇਮ ਸਮਾਰਗ ਹੈ, ਉਹਦੇ 'ਚ ਬਹੁਤ ਸਾਰੀ ਰਹਿਣੀ ਬਹਿਣੀ ਜਿਹੜੀ ਗੁਰਮਤਿ ਅਨੁਕੂਲੀ ਆ ਉਹ ਦੱਸੀ ਹੈ ਵੀ ਇਦਾਂ ਦਾ ਤੁਹਾਡਾ ਜੀਵਨ ਹੋਣਾ ਚਾਹੀਦਾ। ਜਨਮ ਸਮੇਂ, ਮਰਨ ਸਮੇਂ, ਜੀਵਨ ਸਮੇਂ, ਬਾਹਰ ਘਰੋਂ ਜਾਣ ਸਮੇਂ ਹਰ ਇੱਕ ਪ੍ਰਕਾਰ ਦੀ ਮਰਿਆਦਾ ਦੱਸੀ। ਤੋ ਉਹ ਸਾਨੂੰ ਇਹ ਨਿਯਮਬੱਧ ਮਹਾਰਾਜ ਜੀ ਨੇ ਕੀਤਾ। ਸਿੱਖ ਦਾ ਜੀਵਨ ਜਿਹੜਾ ਮਹਾਰਾਜ ਜੀ ਨੇ ਬਣਾਇਆ ਨਾ, ਬੜੇ ਨਿਯਮ ਸਹਿਤ, ਕਿਉਂਕਿ ਸਾਰੀ ਕੁਦਰਤ ਨਿਯਮ ਨਾਲ ਚੱਲ ਰਹੀ ਹੈ ਤੇ ਮਨੁੱਖ ਵੀ ਨਿਯਮ ਨਾਲ ਚੱਲੇ। ਜਦੋਂ ਬੇਨਿਯਮੀ ਹੁੰਦੀ ਹੈ ਉਦੋਂ ਸਮਾਜ ਜਿਹੜਾ ਹੈ ਉਹ ਫਿਰ ਬੜਾ ਕੋਝਾ ਬਣ ਜਾਂਦਾ ਹੈ। ਜਦੋਂ ਬੇਨਿਯਮੀ ਹੁੰਦੀ ਆ ਉਦੋਂ ਸਮਾਜ ਦੇ ਵਿੱਚ ਉਹ ਬੇਨਿਯਮੀ ਜਿਹੜੀ ਆ ਸਮਾਜ ਲਈ ਘਾਤਕ ਹੁੰਦੀ ਹੈ। ਸੜਕ ਤੇ ਚੱਲਣ ਦੇ ਵੀ ਨਿਯਮ ਬਣਾਏ ਹੁੰਦੇ ਆ, ਸਮਾਜ ਵਿੱਚ ਚੱਲਣ ਦੇ ਵੀ ਨਿਯਮ ਬਣਾਏ ਹੁੰਦੇ ਆ। ਹਰ ਇੱਕ ਪ੍ਰਕਾਰ ਦਾ ਨਿਯਮ, ਜੋ ਨਿਯਮ ਨਾ ਪਾਲੇ ਜਾਣ ਤਾਂ ਫਿਰ ਉਸ ਨਿਯਮ ਤੋਂ ਬਾਹਰ ਹੋ ਕੇ ਜਦੋਂ ਮਨੁੱਖ ਚੱਲਦਾ ਤੇ ਫਿਰ ਉਹ ਘਾਤਕ ਹੁੰਦਾ, ਆਪਣੇ ਲਈ ਤੇ ਦੂਜਿਆਂ ਲਈ ਵੀ। ਪਾਤਸ਼ਾਹ ਨੇ ਫੌਜ ਤਿਆਰ ਕੀਤੀ ਤੇ ਫੌਜ ਦਾ ਨਿਯਮ ਬਣਾਇਆ ਵੀ ਆਹ ਨਿਯਮ ਹੈ ਤੁਹਾਡਾ ਭਾਈ, ਇਸ ਦੇ ਮੁਤਾਬਕ ਤੁਸੀਂ ਚੱਲਣਾ। ਤੋ ਮਹਾਰਾਜ ਜੀ ਕਹਿੰਦੇ ਇਹੋ ਜਿਹੇ ਵੀ ਹੈਣ ਕਈ ਜਿਹੜੇ ਅੱਧੀ ਰਾਤ ਨੂੰ ਜਾ ਕੇ ਜਲ ਦੇ ਜੀਵ ਜੰਤਾਂ ਨੂੰ ਤੰਗ ਕਰਦੇ ਹਨ। ਇਹੀ ਨੇਮ ਕੀ ਰੀਤ ਨਹਾਏ ਭਜ ਨਾਮ ਕੋ। ਇਹੀ ਹੈ ਨੇਮ ਦੀ ਰੀਤ ਨਹਾਉਣ ਦੀ ਕਿ ਇਸ਼ਨਾਨ ਕੱਲਾ ਜੇ ਕੋਈ ਕਹੇ ਵੀ ਮੈਂ ਇਸ਼ਨਾਨ ਕਰਕੇ ਹੁਣ ਸੌਂ ਜਾ, ਉਹਦਾ ਕੀ ਲਾਭ ਹੋਇਆ? ਮਹਾਰਾਜ ਕਹਿੰਦੇ ਨਾਤਾ ਸੋ ਪ੍ਰਵਾਨ, ਨਾਤਾ ਤਾਂ ਪ੍ਰਵਾਨ ਹੋਵੇਗਾ ਜੇ ਨਾਲ ਭਜਨ ਕਰੋਗੇ। ਜੇ ਭਜਨ ਨਹੀਂ ਕਰਨਾ, ਇਸ਼ਨਾਨ, ਫਿਰ ਉਹਦਾ ਕੀ ਫਾਇਦਾ ਹੋਇਆ? ਉਹ ਤਾਂ ਫਿਰ ਡੱਡੂ ਮੱਛੀਆਂ ਵੀ ਨਹਾ ਹੀ ਰਹੇ ਨੇ, ਫਿਰ ਤਾਂ ਸਹੀ ਹੈ। ਇਸ਼ਨਾਨ ਦੇ ਨਾਲ ਨਾਲ ਭਜਨ ਹੋਵੇ। ਇਸ਼ਨਾਨ ਕਰਕੇ ਬੈਠੋ ਅੰਮ੍ਰਿਤ ਵੇਲੇ, ਫਿਰ ਭਜਨ ਕਰੋ, ਬਾਣੀ ਪੜੋ, ਫਿਰ ਉਹ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਗੁਰੂ ਸਾਹਿਬ ਕੋਲੋਂ ਇਹ ਦਾਨ ਮੰਗੀਏ, ਮਹਾਰਾਜ ਅੰਮ੍ਰਿਤ ਵੇਲੇ ਦੇ ਇਸ਼ਨਾਨ ਪਾਨ ਬਖਸ਼ੋ, ਆਪਣਾ ਨਾਮ ਬਖਸ਼ੋ, ਆਪਣੇ ਚਰਨਾਂ ਦਾ ਸਿਮਰਨ ਬਖਸ਼ੋ, ਬਾਣੀ ਪੜਨ ਦੀ ਦਾਤ ਬਖਸ਼ੋ। ਇਹ ਅਰਦਾਸਾਂ ਜੋਦੜੀਆਂ ਗੁਰੂ ਚਰਨਾਂ 'ਚ ਕਰਿਆ ਕਰੀਏ। ਰਾਤ ਨੂੰ ਪੈਣ ਵੇਲੇ ਅਰਦਾਸ ਕਰੀਏ, ਮਹਾਰਾਜ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੋ, ਇਸ਼ਨਾਨ ਬਖਸ਼ੋ, ਨਿਤਨੇਮ ਦੀਆਂ ਦਾਤਾਂ ਬਖਸ਼ੋ। ਮਹਾਰਾਜ ਗੁਰਸਿੱਖ ਮੰਗਦੇ ਹੀ ਇਹ ਨੇ। ਉਹ ਕਹਿੰਦੇ ਹੋਰ ਕੀ ਲੈਣਾ ਹੈ, ਇਹ ਸੰਸਾਰ ਵਿੱਚ ਸਭ ਕੁਝ ਤਾਂ ਨਾਸ਼ਵਾਨ ਹੈ। ਤੋ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਨੇਮ ਇਸ਼ਨਾਨ ਦਾ ਇਹੀ ਹੈ ਕਿ ਨਾਲ ਭਜਨ ਕਰੋ। ਹੂਆ ਜਗਤ ਤੇ ਪਾਰ ਸੱਚ ਬ੍ਰਤ ਰਾਮ ਕੋ। ਜਿਹੜੇ ਇਹੋ ਜਿਹੇ ਸੱਚ ਬ੍ਰਤੀ ਨੇ, ਇਹ ਸੱਚ ਬ੍ਰਤ ਹੈ, ਸੱਚਾ ਵਰਤ। ਇਹ ਵੀ ਵਰਤ ਹੈ ਨਾ, ਮਹਾਰਾਜ ਕਹਿੰਦੇ ਇਹ ਸੱਚਾ ਵਰਤ ਹੈ। ਉਹ ਝੂਠੇ ਵਰਤ ਨੇ ਜਿਹੜੇ ਆ ਰੱਖੇ ਜਾਂਦੇ ਆ, ਛੋਡਾ ਅਨ ਕਰਿਆ ਪਖੰਡ ਵਾਲਾ, ਇਹ ਸੱਚਾ ਵਰਤ ਹੈ। ਤੇ ਜਿਹੜਾ ਇਹ ਸੱਚਾ ਵਰਤ ਰੱਖਦਾ ਹੈ ਨਾ ਇਸ਼ਨਾਨ ਕਰਕੇ ਭਜਨ ਕਰਨ ਦਾ, ਮਹਾਰਾਜ ਜੀ ਕਹਿੰਦੇ ਉਹ ਇਹ ਭਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਰ ਜਾਂਦਾ ਹੈ। ਹੋਰ ਕਪਟ ਕੀ ਰੀਤ ਜੋ ਆਲ ਜੰਜਾਲ ਕੀ। ਆ ਜਿਹੜੇ ਹੋਰ ਆਲ ਜੰਜਾਲ ਨੇ ਸੰਸਾਰ ਦੇ, ਕਪਟ ਦੀਆਂ ਰੀਤੀਆਂ ਨੇ, ਇਹ ਛਲ ਤੇ ਫਰੇਬ ਦੀਆਂ ਰੀਤੀਆਂ ਨੇ। ਕਦੇ ਮਾਘ ਨਹਾ ਲਿਆ ਜੀ, ਕਦੇ ਕੱਤਕ ਨਹਾ ਲਿਆ। ਮਹਾਰਾਜ ਕਹਿੰਦੇ ਤਾਂ ਛਲ ਫਰੇਬ ਹੈ, ਇਹ ਤਾਂ ਕਪਟ ਹੈ। ਵੀ ਮਤਲਬ ਕਰਕੇ ਹੈ ਵੀ ਇਸ ਮਹੀਨੇ 'ਚ ਨਹਾ ਕੇ ਜੀ ਸਾਨੂੰ ਜ਼ਿਆਦਾ ਫਲ ਮਿਲਣਾ, ਮਤਲਬ ਹੈ ਨਾ। ਫਿਰ ਇਹ ਤਾਂ ਛਲ ਫਰੇਬ ਕਪਟ ਹੈ। ਇਹ ਛਲ ਤੇ ਕਪਟ ਤੇ ਫਰੇਬ ਦੀਆਂ ਬਿਰਤੀਆਂ ਜਿਹੜੀਆਂ ਨੇ ਇਹ ਰੱਬ ਨੂੰ ਨਹੀਂ ਭਾਉਂਦੀਆਂ, ਇਹ ਤਾਂ ਜੰਜਾਲ ਨੇ ਸੰਸਾਰ ਦੇ। ਅਰਗੇ ਕੁੰਡੀ ਜਾਲਨ ਨਾਮ ਸੰਭਾਲ ਕੀ। ਇਹ ਤਾਂ ਅਰਗੇ ਮੰਤਰ ਪੜ ਕੇ ਨਾ, ਭਾਵ ਕੁੰਡੀ ਜਾਲ ਲਾਉਂਦੇ ਨੇ
ਅਰਗੇ ਹੁੰਦੇ ਆ ਨਾ, ਉਹ ਕੁੰਡੀ ਨੂੰ ਮਾਸ ਜਾਂ ਲਾ ਕੇ ਸੁੱਟ ਦਿੰਦੇ ਆ ਪਾਣੀ 'ਚ ਵੀ ਮੱਛੀ ਫੜਨ ਵਾਸਤੇ। ਇਹ ਜਿਹੜੇ ਕੱਲੇ ਮਾਘ ਨੂੰ ਨਹਾਉਂਦੇ ਆ ਜਾਂ ਜਿਹੜੇ ਕੱਤਕ ਨੂੰ ਨਹਾਉਂਦੇ ਆ, ਇਹਨਾਂ ਨੇ ਕੁੰਡੀ ਨੂੰ ਮਾਸ ਲਾਇਆ ਹੋਇਆ ਵੀ ਸ਼ਾਇਦ ਸਾਨੂੰ ਕੁਝ ਮਿਲ ਜਾਏਗਾ, ਪ੍ਰਾਪਤ ਹੋ ਜਾਏਗਾ। ਇਹ ਇਦਾਂ ਦੀ ਬਿਰਤੀ ਵਾਲੇ ਲੋਕ ਹਨ। ਸਤਿਗੁਰ ਹੋਏ ਦਿਆਲ ਬ੍ਰਿਤ ਰਹਿ ਸੱਚ ਕੀ। ਜਿਨ੍ਹਾਂ ਤੇ ਸੱਚੇ ਸਤਿਗੁਰੂ ਜੀ ਦਿਆਲ ਹੁੰਦੇ ਨੇ, ਉਹਨਾਂ ਦੀ ਸੱਚੇ ਨਾਮ ਦੇ ਵਿੱਚ ਬਿਰਤੀ ਜੁੜੀ ਰਹਿੰਦੀ ਹੈ। ਉਹਨਾਂ ਦੀ ਸੱਚੇ ਨਾਮ ਦੇ ਵਿੱਚ ਬਿਰਤੀ ਜੁੜੀ ਰਹਿੰਦੀ ਹੈ। ਤੇ ਜਿਹੜੇ ਕੇਵਲ ਅਰਗੇ ਨੇ, ਅਰਗੇ ਦਾ ਮਤਲਬ ਹੁੰਦਾ ਵੀ ਜਿਹੜੇ ਕੱਲਾ ਮਾਘ ਤੇ ਕੱਤਕ ਨਹਾਉਣ ਵਾਲੇ ਨੇ, ਉਹ ਇਦਾਂ ਦੇ ਨੇ ਵੀ ਉਹਨਾਂ ਨੇ ਕੁੰਡੀ ਲਾਈ ਹੋਈ ਆ ਵੀ ਸਾਨੂੰ ਆਹ ਕੁਝ ਮਿਲ ਜਾਏ ਬਸ। ਉਹ ਨਾਮ ਨਹੀਂ ਸੰਭਾਲਦੇ, ਪਰਮੇਸ਼ਰ ਦਾ ਭਜਨ ਨਹੀਂ ਕਰਦੇ। ਕੁੰਡੀ ਜਾਲਨ ਨਾਮ ਸੰਭਾਲ ਕੀ, ਉਹ ਕੀ ਨਾਮ ਸੰਭਾਲਣਗੇ ਜਿਨ੍ਹਾਂ ਦਾ ਧਿਆਨ ਕੁੰਡੀ ਵਿੱਚ ਹੀ ਲੱਗਾ ਹੋਇਆ, ਮਿਲੇਗਾ ਕੁਝ। ਉਹ ਕੀ ਨਾਮ ਤਾਂ ਉਹ ਸੰਭਾਲਦੇ ਆ ਜਿਨ੍ਹਾਂ ਤੇ ਸਤਿਗੁਰਾਂ ਦੀ ਦਇਆ ਹੁੰਦੀ ਹੈ, ਜਿਨ੍ਹਾਂ ਤੇ ਸਤਿਗੁਰਾਂ ਦਾ ਤਰਸ ਹੁੰਦਾ ਹੈ। ਸੱਚਾ ਜਗ ਬਿਵਹਾਰ ਤਜੇ ਸਭ ਕੱਚ ਕੀ। ਉਹਨਾਂ ਦਾ ਵਿਵਹਾਰ ਜਗਤ ਵਿੱਚ ਸੱਚਾ ਹੁੰਦਾ, ਤੇ ਜਿਹੜਾ ਕੱਚ ਪਿੱਚ ਦਾ ਵਪਾਰ ਹੁੰਦਾ ਨਾ, ਉਹ ਗੁਰਸਿੱਖ ਤਿਆਗ ਦਿੰਦਾ। ਉਹ ਕੱਚ ਨਹੀਂ ਵਿਹਾਜਦਾ, ਉਹ ਜੋ ਸੱਚ ਹੈ ਉਸ ਨੂੰ ਗ੍ਰਹਿਣ ਕਰਦਾ। ਸਾਚਾ ਧਨ ਗੁਰਮਤੀ ਪਾਏ, ਜੋ ਸੱਚਾ ਹੈ ਉਹਨੂੰ ਵਿਹਾਜਦਾ। ਕੱਚ ਨੂੰ ਇਕੱਠਾ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਦਾ, ਉਹ ਆਪਣੇ ਸਮੇਂ ਦੀ ਸਫਲਤਾ ਲਈ ਸੱਚ ਵਿਹਾਜਦਾ ਹੈ। ਭਾਈ ਜਗ ਤਰਨਾ ਹੈ ਸੁਗਮ ਤਮਾਸ਼ਾ ਵਿਸ਼ਨ ਕਾ। ਇਹ ਭਾਈ, ਇਹ ਸਾਰਾ ਜਗਤ ਉਸ ਪਰਮਾਤਮਾ ਦਾ ਤਮਾਸ਼ਾ ਹੈ। ਜੇ ਇਸ ਸੰਸਾਰ ਤੋਂ ਤਰਨਾ ਹੈ ਤਾਂ ਇਹ ਜਾਣ ਲਓ ਕਿ ਇਹ ਸਾਰਾ ਜਗਤ ਪਰਮੇਸ਼ਰ ਦਾ ਰਚਿਆ ਤਮਾਸ਼ਾ ਹੈ। ਰਹੇ ਕਿਰਿਆ ਮੈਂ ਧਿਆਨ ਦਾਸ ਨੇ ਸਿਸਨ ਕਾ। ਕਹਿੰਦੇ ਜੇ ਸੰਸਾਰ ਤੋਂ ਤਰਨਾ ਹੈ ਭਾਈ, ਫਿਰ ਸੁਣੋ, ਆਪਣਾ ਧਿਆਨ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜੋ ਤੇ ਇੰਦਰੀਆਂ ਦੇ ਗੁਲਾਮ ਨਾ ਬਣੋ। ਦਾਸ ਨਹਿ ਸਿਸਨ ਨਾਮ ਹੁੰਦਾ ਇੰਦਰੀਆਂ ਦਾ। ਇੰਦਰੀਆਂ ਦੇ ਗੁਲਾਮ ਨਾ ਬਣੋ, ਫਿਰ ਆਪਣਾ ਧਿਆਨ ਉਸ ਵਾਹਿਗੁਰੂ ਪਰਮੇਸ਼ਰ ਨਾਲ ਜੋੜੋ। ਇਹਾ ਜੁਗਤ ਵਰਤਨੀ ਅਲੱਗ ਵਰਤਣਾ। ਮਹਾਰਾਜ ਕਹਿੰਦੇ ਇਸ ਜੁਗਤ ਨਾਲ ਵਰਤਣਾ ਯਾਨੀ ਕਿ ਅਲੱਗ ਵਰਤਣਾ, ਸੰਸਾਰ ਦੇ ਨਾਲ ਨਹੀਂ ਰਲਣਾ। ਸਾਨੂੰ ਸਤਿਗੁਰਾਂ ਨੇ ਸੰਸਾਰ ਤੋਂ ਨਿਰਾਲਾ ਬਣਾਇਆ ਹੈ। ਖਾਲਸਾ ਨਿਰਾਲਾ ਹੈ, ਨਿਰਾਲਾ ਬਣ ਕੇ ਰਹਿਣਾ। ਜਦੋਂ ਸੰਸਾਰ 'ਚ ਹੀ ਰਲ ਗਏ ਫਿਰ ਕਾਹਦਾ ਖਾਲਸਾ। ਭੇਡਾਂ ਵਿੱਚ ਜਾ ਰਲੇ, ਫਿਰ ਤਾਂ ਭੇਡਾਂ ਸਤਿਗੁਰਾਂ ਸ਼ੇਰ ਬਣਾਇਆ ਸਾਨੂੰ। ਬੱਬਰ ਸ਼ੇਰ ਕਦੇ ਭੇਡਾਂ 'ਚ ਨਹੀਂ ਰਲ ਕੇ ਬਹਿੰਦੇ। ਸੰਸਾਰ ਦੇ ਨਾਲ ਭਗਤਾਂ ਤਾਂ ਐਸਾ ਸਾਰੀਆਂ ਜੋੜ ਕਦੇ ਨਾ ਆਇਆ। ਮਹਾਰਾਜ ਕਹਿੰਦੇ ਭਾਈ ਸੰਸਾਰ ਨਾਲੋਂ ਆਪਣੀ ਚਾਲ ਨਿਰਾਲੀ ਰੱਖਣੀ ਹੈ। ਸੰਸਾਰੀ ਦ੍ਰਿਸ਼ਟੀ ਰੱਖ ਕੇ ਵੇਖਾ ਵੇਖੀ ਨਹੀਂ ਚੱਲਣਾ ਵੀ ਜਿਵੇਂ ਸੰਸਾਰ ਕਰਦਾ ਤਿਵੇਂ ਅਸੀਂ ਕਰੇ ਜਾਈਏ। ਭਗਤਾਂ ਕੀ ਚਾਲ ਨਿਰਾਲੀ, ਨਿਰਾਲੀ ਚਾਲ, ਸੰਸਾਰ ਨਾਲੋਂ ਵੱਖਰਾ ਚਾਲ ਚੱਲਣ ਖਾਲਸੇ ਨੂੰ ਮਹਾਰਾਜ ਜੀ ਨੇ ਬਖਸ਼ਿਆ। ਹਾਂਜੀ, ਇਹੀ ਜਗਤ ਕਾ ਮੇਲ ਪਰ ਕਾ ਦਿਲ ਪਰਚਣਾ। ਕਹਿੰਦੇ ਜਗਤ ਦਾ ਮੇਲ ਬਸ ਇੱਥੇ ਤੱਕ ਹੀ ਰੱਖਣਾ ਕਿ ਜਿਹੜਾ ਸਾਨੂੰ ਮਿਲੇ ਉਹਦੇ ਨਾਲ ਹੱਸ ਕੇ ਫਤਿਹ ਬੁਲਾਉਣੀ, ਮੇਲ ਮਿਲਾਪ ਬਸ। ਉਹਦੇ ਪਿੱਛੇ ਮਾਰੀ ਜਾਣਾ ਤੇ ਆਪਣੇ ਜੀਵਨ ਨੂੰ ਸੁਧਾਰਨਾ ਹੀ ਨਾ, ਵੀ ਦਿਨ ਰਾਤ ਉਸੇ ਵੱਲ ਹੀ ਧਿਆਨ ਕੇਂਦਰਿਤ ਕਰਕੇ ਰੱਖਣਾ। ਐਸਾ ਨਹੀਂ ਲੋਗਨ ਸਿਓ ਮੇਰਾ ਠਾਠਾ ਬਾਗਾ, ਠਾਠਾ ਬਾਗਾ ਹੀ ਰੱਖਣਾ ਸੰਸਾਰ ਨਾਲ। ਏਦਾਂ ਤੇ ਨਹੀਂ ਵੀ ਸੰਸਾਰ ਤੋਂ ਬਾਹਰ ਹੋ ਕੇ ਰਹਿਣਾ, ਰਹਿਣਾ ਸੰਸਾਰ 'ਚ ਹੀ ਹੈ ਪਰ ਨਿਰਾਲਮ ਹੋ ਕੇ ਰਹਿਣਾ। ਹਾਂਜੀ, ਜਿਉ ਚੋਪੜ ਸ਼ਤਰੰਜ ਗੰਜ ਪਾ ਰਾਮ ਦੋਕ। ਰਾਮ ਚੌਕ ਕਹਿੰਦੇ ਜਿਵੇਂ ਆਹ ਖੇਡਾਂ ਹੁੰਦੀਆਂ ਨੇ ਨਾ, ਇਹਨਾਂ ਦਾ ਕੋਈ ਮਤਲਬ ਤਾਂ ਨਹੀਂ ਹੁੰਦਾ। ਚੌਪੜ ਲੈ ਕੇ ਉਹ ਡੱਲ ਜੇ ਸੁੱਟੀ ਜਾਣੇ, ਸ਼ਤਰੰਜ ਖੇਡੀ ਜਾਣਾ। ਇੱਕ ਗੰਜਫਾ ਖੇਡ ਹੁੰਦੀ ਹੈ ਤਾਸ਼ ਦੇ ਪੱਤਿਆਂ ਦੀ, ਉਹ ਜਾਂ ਰਾਮ ਚੌਕ ਹੁੰਦਾ ਹੈ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਗੀਟੀਆਂ ਜੀਆਂ ਬਣਾ ਕੇ ਨਾ 12 ਟਹਿਣੀ ਕਹਿ ਦਿੰਦੇ ਆ ਉਹਨੂੰ, ਤੇ 81 ਟਾਹਣਾਂ ਦੀ ਉਹ ਖੇਡ ਹੁੰਦੀ, ਉਹਨੂੰ ਰਾਮ ਚੌਕ ਕਹਿੰਦੇ ਆ।
ਅੱਜ ਕੱਲ ਉਹ ਜਿਵੇਂ 12 ਗੀਟੀ ਵਾਂਗੂ ਹੁੰਦੀ ਹੈ ਨਾ ਖੇਡ, ਉਹ ਇੱਕ ਟਹਿਣਾ ਜੀਆਂ ਜਾਂ ਤੀਲੇ 'ਚ ਰੱਖ ਕੇ ਖੇਡੀ, ਇਦਾਂ ਦਾ ਕੋਈ ਆਰਾਮ ਚੌਂਕ ਖੇਡ ਹੁੰਦੀ ਹੈ। ਉਹ ਜੇ ਖੇਡੀ ਜੋ ਉਹਦੇ 'ਚ ਕੁਝ ਲੱਭਦਾ, ਕੁਝ ਮਿਲਦਾ। ਇਹ ਸੰਸਾਰ ਵੀ ਇਦਾਂ ਦਾ ਹੀ ਹੈ, ਉਹ ਖੇਡ ਹੀ ਹੈ ਇੱਕ ਪ੍ਰਕਾਰ ਦੀ। ਹਾਂਜੀ, ਲਾਭ ਨਹਿ ਕੁਛ ਰੰਚ ਤਿਉ ਹੀ ਇਹ ਮਨ ਕੇ ਸ਼ੋਕ। ਹੁਣ ਜਦੋਂ ਤੁਸੀਂ ਸ਼ਤਰੰਜ ਖੇਡ ਲਓ, ਗੰਜਫਾ ਖੇਡ ਲਓ, ਰਾਮ ਚੌਂਕ ਖੇਡ ਲਓ, ਚੌਪੜ ਖੇਡ ਲਓ, ਉਹਦੇ 'ਚ ਮਿਲਦਾ ਕੁਝ ਨਹੀਂ, ਬਸ ਮਨ ਦਾ ਸ਼ੌਂਕ ਹੈ ਜੀ। ਮਨ ਦਾ ਹੀ ਸ਼ੌਂਕ ਹੈ ਨਾ, ਮਨੋਰੰਜਨ ਹੈ, ਮਿਲਦਾ ਤਾਂ ਕੁਝ ਨਹੀਂ। ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਦੀ ਖੇਡ ਹੈ, ਲੱਭਣਾ ਕੋਈ ਨਹੀਂ ਕੁਝ ਜੇ ਇਹਦੇ ਪਿੱਛੇ ਦੌੜੇ ਫਿਰੇ। ਜੇ ਲੱਭਣਾ ਤੇ ਤੁਹਾਨੂੰ ਨਿਜ ਆਪਣੇ ਆਪੇ ਚੋਂ ਆਪਣਾ ਆਪ ਲੱਭਣਾ ਪੈਣਾ ਅੰਦਰੋਂ ਹੀ। ਬਾਹਰੋਂ ਤਾਂ ਮਨੋਰੰਜਨ ਹੀ ਹੈ, ਬਸ ਮਨੋਰੰਜਨ ਕੀ ਮਾਇਆ ਹੈ ਇਹ ਸਾਰੀ ਸੰਸਾਰ ਦੀ ਖੇਡ। ਇਸ ਕਰਕੇ ਗੁਰਸਿੱਖੋ ਆਪਣੇ ਨਿਜ ਆਪੇ ਦਾ ਧਿਆਨ ਧਾਰੋ, ਆਪਣੇ ਨਿਜ ਆਪੇ ਦੀ ਖੋਜ ਕਰੋ। ਸੰਸਾਰ ਵਿੱਚ ਵਿਚਰੋ, ਪਰ ਸੰਸਾਰ ਤੋਂ ਨਿਰਾਲੇ ਹੋ ਕੇ, ਸੰਸਾਰ ਤੋਂ ਨਿਰਾਲਮ ਹੋ ਕੇ। ਚੌਪਈ ਪ੍ਰੇਮ ਬਿਨਾ ਸਭ ਫੋਕੇ ਕਾਮ। ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾ ਇਹ ਸੰਸਾਰ ਦੇ ਸਾਰੇ ਕੰਮ ਫੋਕੇ ਨੇ, ਇਹ ਫੋਕਟ ਕਰਮ ਨੇ। ਜੇ ਪ੍ਰੇਮ ਨਹੀਂ ਹੈ ਤਾਂ ਫਿਰ ਇਹ ਸਾਰੇ ਕਰਮ ਫੋਕੇ ਨੇ। ਜਿੱਥੇ ਪ੍ਰੇਮ ਹੈ ਨਾ ਉੱਥੇ ਸਭ ਕੁਝ ਹੈ ਗੁਰੂ ਖਾਲਸਾ ਜੀ। ਜਿੱਥੇ ਪ੍ਰੇਮ ਨਹੀਂ ਹੈ ਉੱਥੇ ਅਸੀਂ ਜਿੰਨੇ ਮਰਜ਼ੀ ਕਰਮ ਕਾਂਡ ਕਰੀ। ਰਵਿਦਾਸ ਜੀ ਦੇ ਅਸਥਾਨ ਤੇ ਨਾ ਸਾਲਗ੍ਰਾਮ ਜੀ ਪਏ ਹੋਏ। ਬਾਹਮਣ ਨੇ ਆਖਿਆ ਤੂੰ ਇੱਥੇ ਸਾਰਾ ਦਿਨ ਜੁੱਤੀਆਂ ਗੰਢਦਾ ਤੇ ਭਗਵਾਨ ਜੀ ਨੂੰ ਇੱਥੇ ਰੱਖਿਆ, ਇੱਥੇ ਭਗਵਾਨ ਜੀ ਬੜੇ ਦੁਖੀ ਨੇ, ਲਿਆ ਮੈਨੂੰ ਦੇ ਦੇ। ਇੱਥੇ ਸਾਰਾ ਦਿਨ ਜੁੱਤੀਆਂ ਗੰਢਦਾ, ਚਮੜੇ ਦਾ ਕੰਮ ਕਰਦਾ। ਰਵਿਦਾਸ ਜੀ ਦੇ ਕੋਲੋਂ ਸਾਲਗ੍ਰਾਮ ਲੈ ਗਿਆ, ਘਰ ਗਿਆ। ਬ੍ਰਾਹਮਣ ਨੇ ਜਾ ਕੇ ਬੜੀ ਪੂਜਾ ਅਰਚਨਾ ਕਰਕੇ ਫੁੱਲ ਆਦਿਕ ਭੇਟ ਕਰਕੇ ਰੱਖ ਦਿੱਤਾ ਚੌਂਕੀ, ਸੋਨੇ ਦੀ ਚੌਂਕੀ ਤੇ ਚੰਦਨ ਦਾ ਤਿਲਕ ਲਾ ਕੇ। ਰਾਤ ਹੋਈ ਤੇ ਭਗਵਾਨ ਦੀ ਛਾਤੀ ਤੇ ਆ ਕੇ ਬਾਹਮਣ ਦੇ ਬਹਿ ਗਏ। ਤੂੰ ਉੱਥੇ ਹੀ ਛੱਡ ਕੇ ਆ ਮੈਨੂੰ ਜਿੱਥੋਂ ਲਿਆਇਆ ਪਾਪੀਆ। ਉੱਥੇ ਜਿਹੜਾ ਮੈਨੂੰ ਸੁੱਖ ਮਿਲਦਾ ਸੀ ਤੇਰੀ ਸੋਨੇ ਦੀ ਚੌਂਕੀ ਤੇ ਨਹੀਂ ਮਿਲਦਾ। ਸਵੇਰੇ ਦਿਨ ਚੜ੍ਹਦੇ ਆਪ ਉੱਠ ਕੇ ਜਾ ਕੇ ਦੇਖ ਕੇ ਆਇਆ। ਕਹਿਣ ਤੋਂ ਭਾਵ ਜਿੱਥੇ ਪ੍ਰੇਮ ਹੈ ਨਾ ਉੱਥੇ ਪ੍ਰਮਾਤਮਾ ਹੈ। ਜਿੱਥੇ ਪ੍ਰੇਮ ਨਹੀਂ ਹੈ ਉੱਥੇ ਜਿੰਨੇ ਮਰਜ਼ੀ ਕਰਮ ਕਾਂਡ ਕਰੀਏ ਸਭ ਫੋਕਟ ਨੇ, ਕਿਸੇ ਕੰਮ ਦੇ ਨਹੀਂ। ਭਾਵੇਂ ਉੱਥੇ ਚੰਦਨ ਚੜਾਈ ਜਾਈਏ, ਭਾਵੇਂ ਉਹ ਸੋਨੇ ਦੀਆਂ ਚੌਂਕੀਆਂ ਰੱਖੀਏ, ਜੇ ਪ੍ਰੇਮ ਨਹੀਂ ਤੇ ਜੇ ਪ੍ਰੇਮ ਹੈ ਤੇ ਫਿਰ ਸਾਰਾ ਕੁਝ ਫਿਰ ਅੱਬੋ ਕਿਛ ਸੁਹੰਦਾ, ਫਿਰ ਸਾਰਾ ਕੁਝ ਸ਼ੋਭਨੀਕ ਹੋ ਜਾਂਦਾ। ਤੇ ਜੇ ਪ੍ਰੇਮ ਨਹੀਂ ਹੈ ਤੇ ਪਾਤਸ਼ਾਹ ਕਹਿੰਦੇ ਪ੍ਰੇਮ ਬਿਨਾ ਸਭ ਫੋਕੇ ਕਾਮ। ਪ੍ਰੇਮ ਤੋਂ ਬਿਨਾ ਸਾਰੇ ਕੰਮ ਫੋਕੇ ਹਨ। ਪ੍ਰੇਮ ਕਰੇ ਸਿਮਰੈ ਸਤਨਾਮ। ਪ੍ਰੇਮ ਕਰਕੇ ਸੱਚੇ ਨਾਮ ਨੂੰ ਸਿਮਰਨਾ। ਜਦੋਂ ਨਾਮ ਵੀ ਜਪਣਾ ਪ੍ਰੇਮ ਸਹਿਤ ਜਪਣਾ। ਵਾਹਿਗੁਰੂ ਵਾਹਿਗੁਰੂ ਪ੍ਰੇਮ ਸਹਿਤ। ਇਹੋ ਪ੍ਰੇਮ ਪਿਰੀ ਪ੍ਰਮਾਤਮਾ ਹੈ ਹੀ ਪ੍ਰੇਮ ਦਾ ਸਰੂਪ। ਤੋ ਪ੍ਰੇਮ ਸਹਿਤ ਮਹਾਰਾਜ ਜੀ ਕਹਿੰਦੇ ਭਜਨ ਕਰਨਾ, ਪ੍ਰੇਮ ਸਹਿਤ ਬਾਣੀ ਪੜ੍ਹਨੀ ਹੈ, ਪ੍ਰੇਮ ਸਹਿਤ ਸਿਮਰਨ ਕਰਨਾ, ਪ੍ਰੇਮ ਸਹਿਤ ਸੰਗਤ ਕਰਨੀ ਹੈ, ਪ੍ਰੇਮ ਸਹਿਤ ਕਥਾ ਸੁਣਨੀ ਹੈ, ਪ੍ਰੇਮ ਸਹਿਤ ਕੀਰਤਨ ਸੁਣਨਾ। ਪੰਜਵੇਂ ਪਾਤਸ਼ਾਹ ਕਹਿੰਦੇ ਕਥਾ ਮਾਂ ਹੈ ਤੇ ਕੀਰਤਨ ਪੁੱਤਰ ਹੈ। ਸਿੱਖ ਬੇਨਤੀ ਕਰਕੇ ਕਹਿਣ ਲੱਗੇ ਸੁਆਮੀ ਜੀ ਜੇ ਕਥਾ ਮਾਂ ਹੈ ਤੇ ਕੀਰਤਨ ਪੁੱਤਰ ਹੈ ਤੇ ਫਿਰ ਮਹਾਰਾਜ ਜੀ ਕੀਰਤਨ ਦਾ ਪਿਤਾ ਤੇ ਕਥਾ ਦਾ ਘਰ ਵਾਲਾ ਕੌਣ ਹੋਇਆ? ਤੇ ਸਾਹਿਬ ਕਹਿਣ ਲੱਗੇ ਕੀਰਤਨ ਦਾ ਪਿਤਾ ਔਰ ਕਥਾ ਦਾ ਘਰ ਵਾਲਾ ਹੈ ਪ੍ਰੇਮ। ਪ੍ਰੇਮ ਹੋਵੇ ਤੇ ਕਥਾ ਸੋਭਦੀ ਆ, ਪ੍ਰੇਮ ਹੋਵੇ ਤਾਂ ਕੀਰਤਨ ਸੋਭਦਾ। ਪ੍ਰੇਮ ਬਿਨਾਂ ਨਹੀਂ ਗੱਲ ਬਣਦੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪ੍ਰੇਮ ਕਰੈ ਸਿਮਰੈ ਸਤਨਾਮ। ਪ੍ਰੇਮ ਕਰੋ ਤੇ ਪ੍ਰੇਮ ਕਰਕੇ ਭਾਈ ਪਰਮੇਸ਼ਰ ਦਾ ਨਾਮ ਜਪੋ। ਨਾਮ ਨਾਲ ਪ੍ਰੇਮ ਪਾਉਣਾ। ਵਾਹਿਗੁਰੂ ਵਾਹਿਗੁਰੂ
ਪ੍ਰੇਮ ਸਹਿਤ ਵਾਹਿਗੁਰੂ ਦਾ ਜਾਪ ਜਪਣਾ ਹੈ। ਮੇਲ ਸਕਲ ਕੋ ਪ੍ਰੇਮ ਮਾਨੋ। ਭਾਈ ਸਾਰਿਆਂ ਦਾ ਮੇਲ ਪ੍ਰੇਮ ਸਹਿਤ ਹੀ ਹੁੰਦਾ, ਪ੍ਰੇਮ ਹੀ ਮਹਾਨ ਹੈ। ਪ੍ਰੇਮ ਬਿਨਾ ਸਭ ਕੇਰ ਨਿਧਾਨੋ। ਮਹਾਰਾਜ ਜੀ ਕਹਿੰਦੇ ਪ੍ਰੇਮ ਬਿਨਾ ਸਭ ਕੁਝ ਅੰਤ ਹੋ ਜਾਂਦਾ, ਬਸ ਪ੍ਰੇਮ ਰਹਿ ਜਾਂਦਾ। ਸਰੀਰ ਬਿਨਸ ਜਾਂਦੇ ਐ ਤੇ ਉਹਨਾਂ ਗੁਰਸਿੱਖਾਂ ਦੇ ਅੰਦਰ ਜਿਹੜਾ ਪ੍ਰੇਮ ਭਾਵ ਹੁੰਦਾ ਸੰਸਾਰ 'ਚ ਫੈਲਿਆ, ਉਹ ਪ੍ਰੇਮ ਰਹਿ ਜਾਂਦਾ। ਸਰੀਰ ਤਾਂ ਬਿਨਸ ਜਾਂਦੇ ਆ, ਸਭ ਕੁਝ ਬਿਨਸ ਜਾਂਦਾ ਹੈ, ਪਰ ਪ੍ਰੇਮ ਨਹੀਂ ਬਿਨਸਦਾ। ਸਵਈਆ ਜਾਂ ਤਨ ਪ੍ਰੇਮ ਪ੍ਰਵਾਹ ਬਏ ਸੁਖ, ਸੋ ਨਰ ਪਾਵਨ ਬੇਦ ਉਚਾਰੈ। ਮਹਾਰਾਜ ਜੀ ਹੁਣ ਉਦਾਹਰਨਾਂ ਦਿੰਦੇ, ਕਹਿੰਦੇ ਭਾਈ ਜਿੱਥੇ ਪ੍ਰੇਮ ਦਾ ਪ੍ਰਵਾਹ ਹੁੰਦਾ ਨਾ ਜਿਹੜੇ ਸਰੀਰ ਵਿੱਚ, ਵੇਦ ਵੀ ਕਹਿੰਦੇ ਆ ਵੀ ਉਹਦੇ ਅੰਦਰ ਸਾਰੇ ਸੁੱਖ ਆ ਜਾਂਦੇ ਆ, ਕਿਉਂਕਿ ਪ੍ਰੇਮ ਇੱਕ ਵਹਿਣ ਹੈ। ਇਹੋ ਜਿਹੀ ਅਮੋਲਕ ਦਾਤ ਹੈ ਰੱਬ ਨੇ ਸਾਨੂੰ ਦਿੱਤੀ, ਇਹਨੂੰ ਜਿੰਨਾ ਵੰਡ ਲਈਏ ਨਾ, ਜਿੰਨਾ ਵੰਡੀ ਜਾਈਏ, ਜਿੰਨਾ ਵੰਡੀ ਜਾਈਏ ਵਧੀ ਜਾਣਾ, ਇਹਦੇ ਵਿੱਚ ਕਮੀ ਨਹੀਂ ਆਉਣੀ। ਦੁਨੀਆ ਦੇ ਖਜ਼ਾਨੇ ਮੁੱਕ ਜਾਂਦੇ ਆ, ਵੰਡਣ ਲੱਗੋਗੇ, ਪ੍ਰੇਮ ਵੰਡਣ ਲੱਗੋ ਤਾਂ ਗੁਰੂ ਖਾਲਸਾ ਜੀ ਇਹ ਪ੍ਰੇਮ ਦੇ ਖਜ਼ਾਨੇ ਵੱਧਦੇ ਚਲੇ ਜਾਂਦੇ। ਅਸੀਂ ਨਫ਼ਰਤਾਂ ਵੰਡਦੇ ਆ ਇੱਕ ਦੂਜੇ ਪ੍ਰਤੀ, ਨਫ਼ਰਤਾਂ, ਤੇ ਬਦਲੇ ਵਿੱਚ ਵੀ ਨਫ਼ਰਤਾਂ ਹੀ ਮਿਲਦੀਆਂ ਨੇ। ਜਿਹੜੇ ਪ੍ਰੇਮ ਵੰਡਦੇ ਆ ਉਹਨਾਂ ਨੂੰ ਬਦਲੇ 'ਚ ਪ੍ਰੇਮ ਪ੍ਰਾਪਤ ਹੁੰਦਾ ਹੈ। ਜੋ ਸੁੱਟੋਗੇ ਉਹੀ ਤੁਹਾਡੇ ਵੱਲ ਆਉਣਾ, ਇਹ ਨਿਯਮ ਹੈ ਕੁਦਰਤ ਦਾ। ਆਕਾਸ਼ ਵਿੱਚ ਸੁੱਟੋਗੇ ਧਰਤੀ ਤੇ ਉਹੀ ਆਉਂਦਾ ਜੋ ਆਕਾਸ਼ ਸੁੱਟਿਆ। ਇਹ ਤਾਂ ਨਹੀਂ ਵੀ ਆਕਾਸ਼ ਵਿੱਚ ਪੱਥਰ ਸੁੱਟ ਕੇ ਥੱਲੇ ਫੁੱਲ ਡਿੱਗਣਾ। ਜੇ ਨਫ਼ਰਤ ਦਿੱਤੀ ਆ ਕਿਸੇ ਨੂੰ, ਬਦਲੇ 'ਚ ਨਫ਼ਰਤ ਹੀ ਆਉਣੀ ਹੈ, ਤੇ ਜੇ ਪ੍ਰੇਮ ਦਿੱਤਾ ਤੇ ਬਦਲੇ 'ਚ ਪ੍ਰੇਮ ਹੀ ਆਉਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਪ੍ਰੇਮ ਵੰਡੋ ਭਾਈ ਸੰਸਾਰ 'ਚ, ਸਭ ਨਾਲ ਪ੍ਰੇਮ। ਸਵਾਰਥ ਨਹੀਂ ਰੱਖਣਾ ਕਿਸੇ ਨਾਲ, ਮਤਲਬ ਦਾ ਪ੍ਰੇਮ ਨਹੀਂ ਹੋਣਾ ਚਾਹੀਦਾ ਕਿਸੇ ਨਾਲ। ਪ੍ਰੇਮ ਭਾਵ ਹੋਵੇ, ਗੁਰਸਿੱਖਾਂ ਨਾਲ ਆਪਸ ਵਿੱਚ ਪ੍ਰੇਮ ਭਾਵ ਹੋਵੇ। ਇੰਨਾ ਪ੍ਰੇਮ, ਇੰਨੀ ਪ੍ਰੀਤ ਹੋਵੇ ਗੁਰਸਿੱਖਾਂ ਦੀ ਆਪੋ ਵਿੱਚ ਕਿ ਉਸ ਪ੍ਰੀਤ ਕਰਕੇ ਸਿੱਖ ਆਪਣਾ ਆਪਾ ਉਸ ਸਿੱਖ ਤੋਂ ਕੁਰਬਾਨ ਕਰਨ ਨੂੰ ਤਿਆਰ ਹੋ ਜਾਵੇ। ਪ੍ਰੇਮ ਭਾਵ, ਪ੍ਰੀਤ, ਨਫ਼ਰਤ ਨਾ ਹੋਵੇ ਇੱਕ ਦੂਜੇ ਪ੍ਰਤੀ। ਘਟੋ ਘੱਟ ਸਾਡੇ ਸਿੱਖਾਂ ਵਿੱਚ ਤਾਂ ਇੱਕ ਦੂਜੇ ਪ੍ਰਤੀ ਨਫ਼ਰਤ ਨਾ ਹੋਵੇ। ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ, ਇੱਥੇ ਇੱਕ ਦੂਜੇ ਪ੍ਰਤੀ ਨਫ਼ਰਤ ਰੱਖ ਲੈਨੇ ਆ। ਪੰਜਾਬ ਤੋਂ ਬਾਹਰ ਜਦੋਂ ਕਿਤੇ ਜਾਈਏ ਨਾ, ਦੂਜੀਆਂ ਸਟੇਟਾਂ 'ਚ, ਉੱਥੇ ਕੋਈ ਸਿੱਖ ਮਿਲ ਜੇ ਤੇ ਬੜੇ ਖੁਸ਼ ਹੋ ਕੇ ਮਿਲਦੇ ਆ, ਪਤਾ ਵੀ ਵਿਰਲੇ ਵਿਰਲੇ ਲੱਭਦੇ ਆ। ਉੱਥੇ ਪ੍ਰੇਮ ਆਉਂਦਾ, ਇੱਥੇ ਕਿਉਂ ਨਹੀਂ ਆਉਂਦਾ ਬਈ? ਇੱਥੇ ਕਿਉਂ ਨਫ਼ਰਤ ਬੀਜਦੇ ਹਾਂ? ਮਹਾਰਾਜ ਜੀ ਕਹਿੰਦੇ ਜਿਸ ਤਨ 'ਚ ਪ੍ਰੇਮ ਦਾ ਪ੍ਰਵਾਹ ਹੈ, ਉੱਥੇ ਉਸ ਤਨ ਨੂੰ ਪਵਿੱਤਰ ਕਿਹਾ। ਵੇਦਾਂ ਨੇ ਵੀ ਉਸ ਸਰੀਰ ਨੂੰ ਪਵਿੱਤਰ ਕਿਹਾ। ਅੱਗੇ ਉਦਾਹਰਣ ਦੇ ਰਹੇ ਨੇ ਕਸ਼ਯਪ ਦੀ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਚ ਕਹੋ ਸੋ ਨ ਲਿਹੋ ਸਬੈ, ਸਾਚ ਕਹੋ ਸੋ ਨ ਲਿਹੋ ਸਬੈ। ਸਾਚ ਕਹੋ ਸੁਨ ਲਿਓ ਸਬੈ, ਸਾਚ ਕਹੋ ਸੁਨ ਲਿਓ ਸਬੈ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ओहा प्रेम पिरी, ओहा प्रेम पिरी, ओहा प्रेम पीरी, ओहा प्रेम पीरी, ओहा प्रेम पिरी, ओहा प्रेम पिरी। ओहा प्रेम पीरी, ओहा प्रेम पीरी। वाहिगुरु वाहिगुरु, वाहिगुरु वाहिगुरु। वाहिगुरु वाहिगुरु,
ਪ੍ਰੀਤ ਪ੍ਰੀਤ ਗੋਰੀਆ 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 ਮੋਹਨ ਲਾਲਨਾ 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 ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਤ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਬਬੇਤ ਪਰੰਪਰ ਹਰ ਹਰੇ ਐ ਪੀਓ ਅਣਿਆਰ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾ ਰਾਖੋਈ ਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ ਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।